ਸੋ ਆਓ ਆਪਾਂ ਹੁਣ ਸ਼ੁਰੂ ਕਰਦੇ ਹਾਂ ਜਿੱਥੋਂ ਆਪਾਂ ਪਿਛਲੀ ਕਲਾਸ ਵਿੱਚ ਛੱਡਿਆ ਸੀ। ਤੇ ਆਪਾਂ ਮੂਲ ਮੰਤਰ ਦੀ ਵਿਚਾਰ ਕਰ ਲਈ ਸੀ ਤੇ ਫਿਰ ਆਸਾ ਮਹਿਲਾ ਪਹਿਲਾ, ਉਸ ਤੋਂ ਬਾਅਦ ਵਾਰ ਸਲੋਕਾਂ ਨਾਲ ਸਲੋਕ ਭੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ। ਇੱਥੋਂ ਤੱਕ ਆਪਾਂ ਵਿਚਾਰ ਕਰ ਲਈ ਸੀ। ਜੇ ਉਸ ਪਿਛਲੀ ਵਿਚਾਰ ਤੇ ਤੁਸੀਂ ਕੋਈ ਦੱਸਣਾ ਚਾਹੋ ਜਾਂ ਪੁੱਛਣਾ ਚਾਹੋ ਜੋ ਆਪਾਂ ਪਿਛਲੀ ਕਲਾਸ ਵਿੱਚ ਕੀਤੀ, ਤੇ ਆਪਾਂ ਸੰਖੇਪ ਵਿੱਚ ਉਹਨੂੰ ਕਰ ਸਕਦੇ ਹਾਂ ਤੇ ਟੌਪਿਕ ਤੋਂ ਬਾਹਰ ਜਾ ਕੇ ਵੀ ਨਹੀਂ, ਬਿਲਕੁਲ ਉਸ ਟੌਪਿਕ ਦੇ ਵਿੱਚ ਪਹੁੰਚਾਂਗੇ ਕਿ ਕਿੰਨੇ ਨੇ ਉਹਦੇ 'ਚ। ਸੋ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਸ਼ਲੋਕ ਆਸਾ ਦੀ ਵਾਰ ਦਾ ਸ਼ਲੋਕ ਮਹਿਲਾ ਪਹਿਲਾ। ਗੁਰੂ ਨਾਨਕ ਦੇਵ ਜੀ ਦਾ ਇਹ ਬਚਨ ਨੇ ਤੇ ਆਪ ਜੀ ਇੱਕਦਮ ਇਹੀ ਕਹਿ ਦਿੰਦੇ ਨੇ, ਬਲਿਹਾਰੀ ਗੁਰ ਆਪਣੇ। ਮਤਲਬ ਬਾਣੀ ਸ਼ੁਰੂ ਕੀਤੀ ਹੈ, ਉੱਤੇ ਮੰਗਲਾਚਰਨ ਵੀ ਲਿਖਿਆ ਹੈ, ਗੁਰਪ੍ਰਸਾਦ ਦੀ ਯਾਚਨਾ ਵੀ ਕੀਤੀ ਹੋਈ ਹੈ, ਸਾਰਾ ਕੁਛ ਹੈ। ਫਿਰ ਇੱਕਦਮ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਵੀ ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ ਤੇ ਦਿਹਾੜੀ 'ਚ ਸੈਂਕੜੇ ਵਾਰੀ ਸਦਕੇ ਜਾਣਾ। ਇਹਦਾ ਮਤਲਬ ਹਰ ਵਕਤ ਹੀ ਸਦਕੇ ਜਾਣਾ, ਬਲਿਹਾਰ ਜਾਣਾ, ਮੈਂ ਕੁਰਬਾਨ ਜਾਣਾ ਆਪਣੇ ਗੁਰੂ ਤੋਂ। ਤੇ ਸਵਾਲ ਪੈਦਾ ਹੋਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਹੈ ਜਿਹਦੇ ਤੋਂ ਸਦਕੇ ਜਾਂਦੇ ਨੇ, ਬਲਿਹਾਰ ਜਾਂਦੇ ਨੇ। ਸੋ ਜੇ ਤੁਸੀਂ ਕੋਈ ਜਣਾ ਦੱਸੋ, ਥੋੜਾ ਉੱਚੀ ਆਵਾਜ਼ ਵਿੱਚ ਸਾਰਿਆਂ ਨੂੰ ਸੁਣ ਜਾਏ। ਨਿਰੰਕਾਰ ਦੀ। ਸੋ ਵੀਰ ਜੀ ਨੇ ਆਖਿਆ ਇੱਕ ਓੰਕਾਰ, ਭੈਣ ਜੀ ਨੇ ਆਖਿਆ ਵਾਹਿਗੁਰੂ, ਕਿਸੇ ਨੇ ਆਖਿਆ ਪ੍ਰਮਾਤਮਾ, ਕਿਸੇ ਨੇ ਆਖਿਆ ਨਿਰੰਕਾਰ। ਉਹ ਇੱਕੋ ਹੀ ਗੱਲ ਹੈ, ਕੋਈ ਫਰਕ ਨਹੀਂ। ਇਹ ਸਾਰੇ ਵੱਖ-ਵੱਖ ਉਹਨੂੰ ਨਾਂ ਦਿੱਤੇ ਗਏ ਨੇ, ਉਸ ਸ਼ਕਤੀ ਨੂੰ ਜਿਹਨੂੰ ਗੁਰੂ ਨਾਨਕ ਦੇਵ ਜੀ ਆਪਣਾ ਗੁਰੂ ਮੰਨਦੇ ਨੇ। ਸੋ ਇੱਥੇ ਮੈਂ ਛੋਟੀ ਜਿਹੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਉਹ ਇਹ ਕਿ ਕਈ ਵਾਰੀ ਕੁਝ ਲੋਕਾਂ ਨੇ ਜਨਮ ਸਾਖੀਆਂ ਵਿੱਚ ਤੇ ਹੋਰ ਇਤਿਹਾਸਕਾਰਾਂ ਨੇ ਆਪਣੀਆਂ ਆਪਣੀਆਂ ਕਿਤਾਬਾਂ ਵਿੱਚ ਕੁਝ ਐਸਾ ਵਰਣਨ ਕੀਤਾ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਗੁਰੂ ਸੰਤ ਰੇਨ ਸਨ। ਕਿਸੇ ਇੱਕ ਸੱਜਣ ਨੇ ਇਹ ਵੀ ਆਖਿਆ ਹੋਇਆ ਕਿ ਉਹਨਾਂ ਦੇ ਗੁਰੂ ਨਾਮਦੇਵ ਜੀ ਸਨ। ਸੋ ਇਤਿਹਾਸ ਨੂੰ ਆਪਾਂ ਪੜ੍ਹੀਏ ਤੇ ਸਮਝ ਨਹੀਂ ਪੈਂਦੀ ਪੂਰੇ ਤੌਰ ਤੇ, ਪੂਰਨ ਤੌਰ ਤੇ ਕਿ ਉਹਨਾਂ ਦਾ ਗੁਰੂ ਸੱਚੀ ਮੁੱਚੀ ਸੰਤ ਰੇਨ ਸੀ ਜਾਂ ਨਾਮਦੇਵ ਸੀ ਜਾਂ ਕੌਣ ਸੀ ਤੇ ਕੌਣ ਨਹੀਂ ਸੀ। ਪਰ ਗੁਰਬਾਣੀ ਵਿੱਚੋਂ ਇੱਕਦਮ ਪ੍ਰਗਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੇਵਲ ਅਕਾਲ ਪੁਰਖ ਸਨ, ਪਰਮਾਤਮਾ ਸੀ, ਨਿਰਾਕਾਰ ਸੀ, ਜੋ ਉਹ ਹੀ ਸੀ, ਹੋਰ ਕੋਈ ਨਹੀਂ ਸੀ। ਸੋ ਆਪਾਂ ਇਹ ਗੱਲ ਧਿਆਨ 'ਚ ਰੱਖਣੀ ਹੈ ਕਿ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੇ ਪਾਸੋਂ, ਅਕਾਲ ਪੁਰਖ ਦੀ ਰਹਿਮਤ ਨੂੰ ਪਾ ਕੇ ਹੀ ਸੰਸਾਰ ਵਿੱਚ ਆਏ ਸਨ। ਉਹਨਾਂ ਨੂੰ ਸੰਸਾਰ ਵਿੱਚ ਆ ਕੇ ਕਿਸੇ ਹੋਰ ਵੱਖਰੀ ਰਹਿਮਤ ਦੀ ਜਾਂ ਕਿਸੇ ਦੀ ਕਿਰਪਾ ਦੀ ਜ਼ਰੂਰਤ ਨਹੀਂ ਪਈ। ਉਹ ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤੇ ਉਹ ਬੜਾ ਸਪਸ਼ਟ ਕਹਿੰਦੇ ਨੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਪਠਾਇਆ ਦਾ ਮਤਲਬ ਹੈ ਭੇਜਿਆ ਗਿਆ। ਪਰਮਾਤਮਾ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਰਬ ਸ਼ਕਤੀਆਂ ਦੇ ਕੇ, ਜਾਂ ਇਸ ਤਰ੍ਹਾਂ ਆਖੀਏ ਆਪਣੀ ਕਿਰਪਾ ਦੇ ਕੇ, ਆਪਣੀ ਮਿਹਰਾਮਤ ਦੇ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਭੇਜ ਦਿੱਤਾ। ਹੁਣ ਉਹਨਾਂ ਨੂੰ ਦੁਬਾਰਾ ਨਹੀਂ ਸੀ ਜ਼ਰੂਰਤ ਕਿ ਕਿਸੇ ਆਦਮੀ ਤੋਂ ਕਿਰਪਾ ਲੈਂਦੇ ਜਾਂ ਕਿਸੇ ਹੋਰ, ਪਰ ਉਹ ਮਹਾਂਪੁਰਸ਼ਾਂ ਦਾ ਸਤਿਕਾਰ ਬਹੁਤ ਕਰਦੇ ਜੇ, ਇਹਦੇ 'ਚ ਕੋਈ ਸ਼ੱਕ ਨਹੀਂ। ਮਹਾਂਪੁਰਸ਼ਾਂ, ਗੁਰੂ ਜਨਾਂ ਦੇ ਪਿਆਰਿਆਂ, ਰੱਬੀ ਭਗਤਾਂ ਨੂੰ ਉਹ ਬਾਰ-ਬਾਰ ਕਹਿੰਦੇ ਨੇ ਕਿ ਮੈਂ ਤੁਹਾਡਾ ਦਾਸ ਹਾਂ, ਮੈਂ ਤੁਹਾਡਾ ਸੇਵਕ ਹਾਂ, ਮੈਂ ਤੁਹਾਡਾ ਚੇਲਾ ਹਾਂ। ਇਹ ਗੱਲ ਬਾਰ-ਬਾਰ ਗੁਰਬਾਣੀ 'ਚ ਕਹਿੰਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹ ਉਹਨਾਂ ਦੇ ਚੇਲੇ ਬਣ ਗਏ ਨੇ ਜਾਂ ਉਹ ਲੋਕ ਉਹਨਾਂ ਦੇ ਗੁਰੂ ਬਣੇ ਨੇ, ਇਹ ਨਹੀਂ। ਸਗੋਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਇੰਨਾ ਵੱਡਾ ਸਤਿਕਾਰ ਦਿੰਦੇ ਨੇ। ਪਰ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੇਵਲ ਤੇ ਕੇਵਲ ਅਕਾਲ ਪੁਰਖ ਹੈ।
ਜਾਂ ਪਰਮਾਤਮਾ ਹੈ ਜਾਂ ਨਿਰਾਕਾਰ ਹੈ ਜਾਂ ਨਿਰੰਕਾਰ ਹੈ। ਸੋ ਉਸ ਇੱਕ ਸੈਕਿੰਡ, ਉਹ ਕਹਿੰਦੇ ਨਾ ਕਿ ਜਦੋਂ ਛੋਟੀ ਜੀ ਤੇ ਸਿੱਧਾ ਭੁੱਲ ਗਏ ਨੇ ਤੇ ਉਹਨਾਂ ਨੇ ਪੁੱਛਿਆ ਤੂੰ ਕੌਣ ਹੈ ਤੇ ਕਿਹਾ ਤੇਰਾ ਗੁਰੂ ਕੌਣ ਹੈ, ਉਹਨਾਂ ਨੇ ਕਿਹਾ ਮੇਰਾ ਸ਼ਬਦ ਗੁਰੂ ਹੈ। ਹਾਂਜੀ, ਇਹ ਗੁਰਬਾਣੀ ਕਲੀਅਰ ਹੈ। ਹਾਂਜੀ, ਗੁਰਬਾਣੀ 'ਚ ਬਹੁਤ ਕਲੀਅਰ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੇਵਲ ਤੇ ਕੇਵਲ ਔਰ ਸ਼ਕਤੀ ਹੈ, ਜਿਸ ਨੂੰ ਆਪਾਂ ਰੱਬ ਆਖਦੇ ਹਾਂ ਪਏ। ਸੋ ਉਸ ਤੋਂ ਬਲਿਹਾਰ ਜਾਂਦੇ ਨੇ, ਸਦਕੇ ਜਾਂਦੇ ਨੇ। ਤੇ ਸਦਕੇ ਕਿਉਂ ਜਾਂਦੇ ਨੇ? ਅਗਲੀ ਲਾਈਨ ਵਿੱਚ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਸ ਕਰਕੇ ਉਹਦੇ ਤੋਂ ਸਦਕੇ ਜਾਂਦੇ ਨੇ, ਇਸ ਕਰਕੇ ਉਹਦੇ ਤੋਂ ਕੁਰਬਾਨ ਜਾਂਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾਂ ਤੋਂ ਦੇਵਤੇ ਬਣਾਇਆ, ਤੇ ਦੇਵਤੇ ਬਣਾਉਂਦਿਆਂ ਬਹੁਤਾ ਚਿਰ ਨਹੀਂ ਲਾਇਆ, ਦੇਰ ਨਹੀਂ ਲਾਈ, ਇੱਕਦਮ ਬਣਾ ਦਿੱਤਾ। ਸੋ ਸਵਾਲ ਪੈਦਾ ਹੁੰਦਾ ਹੈ ਕਿ ਦੇਵਤੇ ਕੀ ਨੇ? ਸਾਨੂੰ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ ਪਰਮਾਤਮਾ ਨੇ, ਜਿਹਦੇ ਤੋਂ ਬਾਰ-ਬਾਰ ਕੁਰਬਾਨ ਜਾਂਦੇ ਨੇ। ਉਹ ਦੇਵਤੇ ਕੀ ਨੇ? ਕਈ ਵਾਰੀ ਅਸੀਂ ਜਦੋਂ ਹਿੰਦੂ ਫਿਲਾਸਫੀ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਕੁਝ ਦੇਵਤੇ ਦਰਸਾਏ ਗਏ ਨੇ ਜਿਹੜੇ ਕਿਤੇ ਆਕਾਸ਼ ਵਿੱਚ ਰਹਿੰਦੇ ਹੋਣਗੇ, ਆਪਾਂ ਨੂੰ ਬਿਲਕੁਲ ਨਹੀਂ ਪਤਾ। ਜਿਵੇਂ ਇੰਦਰ ਦੇਵਤਾ ਹੈ, ਬ੍ਰਹਮਾ ਦੀ ਨਗਰੀ ਹੈ, ਸ਼ਿਵ ਦੀ ਨਗਰੀ, ਇਤਿਆਦਿਕ ਨਗਰੀਆਂ ਉਹਨਾਂ ਨੇ ਕਲਪੀਆਂ ਹੋਈਆਂ ਨੇ। ਜਿਵੇਂ ਧਰੂ ਦੀ ਪੁਰੀ ਹੈ, ਇਸ ਤਰ੍ਹਾਂ ਹੋਰ ਬਹੁਤ ਸਾਰੀਆਂ। ਸੋ ਪਰ ਸਾਡੇ ਕੋਲ ਇਸ ਜਗ੍ਹਾ ਤੇ ਮਨੁੱਖਾਂ ਨੂੰ ਦੇਵਤੇ ਬਣਾਉਣ ਦੀ ਗੱਲ ਹੈ। ਜੇ ਅਸੀਂ ਉਹਨਾਂ ਦੇਵਤਿਆਂ ਵੱਲ ਧਿਆਨ ਲਿਜਾਵਾਂਗੇ ਤੇ ਫਿਰ ਇਹਦਾ ਮਤਲਬ ਹੋਏਗਾ ਸਾਡੇ ਵਿੱਚੋਂ ਵੀ ਜਿਹੜਾ ਬੰਦਾ ਦੇਵਤਾ ਬਣ ਜਾਏਗਾ ਉਹ ਜ਼ਮੀਨ ਤੇ ਨਹੀਂ ਰਹੇਗਾ, ਉਹ ਕਿਤੇ ਆਕਾਸ਼ ਵਿੱਚ ਕਿਸੇ ਪੁਰੀ ਵਿੱਚ ਚਲਾ ਜਾਏਗਾ। ਪਰ ਅਸੀਂ ਸਾਰੇ ਇੱਥੇ ਹੀ ਰਹਿੰਦੇ ਹਾਂ, ਕਿਤੇ ਨਹੀਂ ਜਾਂਦੇ। ਅਸੀਂ ਉੱਤੇ ਉੱਡ ਨਹੀਂ ਜਾਂਦੇ, ਸਾਨੂੰ ਕੋਈ ਵਾਧੂ ਹੱਥ ਪੈਰ ਨਹੀਂ ਲੱਗ ਜਾਂਦੇ, ਸਾਨੂੰ ਕੋਈ ਪਰੀਆਂ ਵਾਲੇ ਖੰਭ ਨਹੀਂ ਲੱਗ ਜਾਂਦੇ ਜਿਨ੍ਹਾਂ ਨਾਲ ਅਸੀਂ ਆਕਾਸ਼ ਤੇ ਚਲੇ ਜਾਈਏ। ਐਸਾ ਕੁਝ ਵੀ ਨਹੀਂ ਹੁੰਦਾ। ਸੋ ਸਾਡੇ ਕੋਲ ਦੋ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ ਨੇ, ਹਰ ਮਨੁੱਖ ਕੋਲ ਨੇ। ਇੱਕ ਸਾਡੇ ਕੋਲ ਦੈਵੀ ਸੰਪਦਾ ਹੈ, ਜਿਸ ਨੂੰ ਅਸੀਂ ਦੈਵੀ ਗੁਣ ਆਖਦੇ ਹਾਂ, ਜਿਨ੍ਹਾਂ ਨੂੰ ਅਸੀਂ ਸ਼ੁਭ ਗੁਣ ਆਖਦੇ ਹਾਂ। ਇੱਕ ਸਾਡੇ ਕੋਲ ਉਹ ਸੰਪਤੀ ਹੈ ਜਿਸ ਨੂੰ ਅਸੀਂ ਦਾਨਵ ਸੰਪਤੀ ਆਖਦੇ ਹਾਂ। ਦਾਨਵ ਦਾ ਮਤਲਬ ਹੁੰਦਾ ਰਾਖਸ਼ਸ, ਤੇ ਦੇਵਤਿਆਂ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਕੋਲ ਸ਼ੁਭ ਗੁਣਾ ਰੂਪ ਪੂੰਜੀ ਹੋਵੇ। ਰਾਖਸ਼ਸ ਉਹ ਹੁੰਦੇ ਨੇ, ਉਹ ਵੀ ਕੋਈ ਕਿਤੋਂ ਉੱਤੋਂ ਨਹੀਂ ਉਤਰਦੇ, ਇਸ ਧਰਤੀ ਤੇ ਹੀ ਹੁੰਦੇ ਨੇ, ਮਨੁੱਖ ਹੀ ਹੁੰਦੇ ਨੇ, ਪਰ ਉਹਨਾਂ ਵਿੱਚ ਔਗਣ ਹੁੰਦੇ ਨੇ। ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ, ਮਨੁੱਖ ਨੂੰ ਮਾਰਨ ਲੱਗਿਆਂ ਚਿਰ ਨਹੀਂ ਲਾਉਂਦੇ, ਮਨੁੱਖ ਦਾ ਦਿਲ ਤੋੜਨ ਲੱਗਿਆਂ ਚਿਰ ਨਹੀਂ ਲਾਉਂਦੇ। ਜੋ ਵੀ ਸੰਪત્ਤੀ ਦਾ ਉਹ ਨੁਕਸਾਨ ਕਰਨਾ ਚਾਹੁੰਦੇ ਨੇ ਇੱਕਦਮ ਕਰ ਦਿੰਦੇ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਉਹ ਦੂਸਰੇ ਲਈ ਸੋਚਦੇ ਹੀ ਨਹੀਂ, ਸਿਰਫ ਉਹਨਾਂ ਦੀ ਆਪਣੀ ਸੋਚ ਉਹਨਾਂ ਦੇ ਆਪਣੇ ਲਈ ਹੁੰਦੀ। ਜੋ ਉਹਨਾਂ ਨੂੰ ਚੰਗਾ ਲੱਗਦਾ ਉਹ ਕਰੀ ਜਾਂਦੇ ਨੇ। ਉਹਨਾਂ ਨੂੰ ਰਾਖਸ਼ਸ ਬੁੱਧੀ ਵਾਲੇ ਲੋਕ ਆਖਿਆ ਜਾਂਦਾ ਹੈ। ਸੋ ਇੱਥੇ ਗੱਲ ਇਹ ਹੈ ਕਿ ਜਿਸ ਵਾਹਿਗੁਰੂ ਜੀ ਨੇ ਮਾਨਸ ਤੇ ਦੇਵਤੇ ਕੀਏ, ਮਾਨਸਾਂ ਤੋਂ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਅਸੀਂ ਮਨੁੱਖ ਜਿਨ੍ਹਾਂ ਵਿੱਚ ਔਗਣ ਹੁੰਦੇ ਨੇ ਉਹ ਵੀ ਅਸੀਂ ਮਨੁੱਖ ਹੀ, ਉਹਨਾਂ ਨੂੰ ਵੀ ਬੰਦਾ ਹੀ ਆਖਦੇ ਹਾਂ। ਜਿਹਦੇ 'ਚ ਗੁਣ ਹੁੰਦੇ ਨੇ ਅਸੀਂ ਉਸ ਨੂੰ ਵੀ ਬੰਦਾ ਹੀ ਆਖਦੇ ਹਾਂ। ਪਰ ਇਹਦੇ ਹੁਣ ਬੰਦੇ ਦੀ ਕੁਆਲਿਟੀ ਵਿੱਚ ਫਰਕ ਆ ਜਾਂਦਾ ਹੈ। ਉਹ ਫਰਕ ਇਹ ਆ ਜਾਂਦਾ ਹੈ ਕਿ ਜਿਸ ਮਨੁੱਖ ਵਿੱਚ ਦੈਵੀ ਗੁਣ ਸ਼ੁਭ ਗੁਣ ਆ ਜਾਂਦੇ ਨੇ ਉਸ ਨੂੰ ਅਸੀਂ ਕਹਿ ਦਿੰਦੇ ਆ ਇਹ ਮਨੁੱਖ ਤੇ ਦੇਵਤਿਆਂ ਵਰਗਾ ਹੈ। ਸੋ ਇੱਕ ਤੇ ਇਹ ਗੱਲ ਕਿ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤੇ ਸਾਡੇ ਮਨੁੱਖਾਂ ਦੇ ਅੰਦਰ, ਇਨਸਾਨਾਂ ਦੇ ਅੰਦਰ ਉਹਨਾਂ ਨੇ ਦੈਵੀ ਗੁਣ ਪਾ ਦਿੱਤੇ। ਸੋ ਦੈਵੀ ਗੁਣ ਕਿੱਥੋਂ ਅਸੀਂ ਲੱਭਣੇ ਨੇ? ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਮਹਾਂਪੁਰਸ਼ਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਤੇ ਉਹਨਾਂ ਵਿੱਚੋਂ ਸਾਨੂੰ ਦੈਵੀ ਗੁਣਾਂ ਬਾਰੇ ਜਾਣਕਾਰੀ ਮਿਲਦੀ ਹੈ ਕਿ ਦੈਵੀ ਗੁਣ ਕੀ ਨੇ। ਜਿਨ੍ਹਾਂ ਨੂੰ ਅਸੀਂ ਸੰਖੇਪ ਵਿੱਚ ਆਖਣਾ ਹੋਵੇ ਤੇ ਇਸ ਤਰ੍ਹਾਂ ਆਖ ਸਕਦੇ ਹਾਂ ਭਈ ਸਤ, ਸੰਤੋਖ, ਗਿਆਨ, ਧਿਆਨ ਇਤਿਆਦਿਕ ਜਿਹੜੇ ਗੁਣ ਨੇ ਉਹ ਦੈਵੀ ਗੁਣ ਨੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਵਿਸ਼ੇ ਵਾਸ਼ਨਾਵਾਂ, ਵਿਕਾਰ,
ਦੂਜਿਆਂ ਦਾ ਬੁਰਾ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਰੇ ਔਗਣ ਨੇ ਮਨੁੱਖ ਵਿੱਚ। ਤੇ ਉਹ ਜਿਹਦੇ ਵਿੱਚ ਔਗਣ ਹੁੰਦੇ ਨੇ ਹੁੰਦਾ ਉਹ ਵੀ ਬੰਦਾ ਹੀ ਹੈ, ਪਰ ਉਹ ਘਟੀਆ ਕਿਸਮ ਦਾ ਬੰਦਾ ਹੁੰਦਾ ਹੈ, ਉਹ ਰਾਖਸ਼ਸ ਟਾਈਪ ਦਾ ਬੰਦਾ ਹੁੰਦਾ ਹੈ। ਜਿਸ ਮਨੁੱਖ ਵਿੱਚ ਸ਼ੁਭ ਗੁਣ ਆ ਜਾਂਦੇ ਨੇ ਹੁੰਦਾ ਉਹ ਵੀ ਬੰਦਾ ਹੀ ਏ, ਪਰ ਉਹ ਚੰਗੀ ਕਿਸਮ ਦਾ ਬੰਦਾ ਹੁੰਦਾ ਹੈ, ਉਹ ਦੇਵਤਿਆਂ ਵਰਗਾ ਬੰਦਾ ਹੁੰਦਾ ਹੈ। ਸੋ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਜਿਸ ਵੀ ਮਨੁੱਖ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਸ ਮਨੁੱਖ ਨੂੰ ਵਾਹਿਗੁਰੂ ਜੀ ਦੈਵੀ ਗੁਣ ਬਖਸ਼ ਦਿੰਦੇ ਨੇ ਤੇ ਉਹ ਮਾਨੋ ਮਨੁੱਖ ਦੇਵਤਿਆਂ ਵਰਗਾ ਬਣ ਜਾਂਦਾ ਹੈ। ਤੇ ਇਹ ਕੰਮ ਕਰਨ ਲੱਗਿਆਂ ਪਰਮਾਤਮਾ ਨੂੰ ਦੇਰੀ ਨਹੀਂ ਲੱਗਦੀ। ਸੋ ਇਹ ਹੈ ਪਹਿਲਾ ਸ਼ਲੋਕ। ਜੇ ਇਹਦੇ ਉੱਤੇ ਅਸੀਂ ਕੋਈ ਗੱਲਬਾਤ ਕਰਨੀ ਹੋਵੇ, ਤੁਸੀਂ ਕੋਈ ਆਪਣੀ ਵਿਚਾਰ ਦੇਣੀ ਹੋਵੇ ਤੇ ਜ਼ਰੂਰ ਦੇ ਸਕਦੇ ਹੋ, ਫਿਰ ਆਪਾਂ ਅਗਲਾ ਸ਼ਲੋਕ ਵਿਚਾਰਦੇ ਹਾਂ। ਸੋ ਪਹਿਲੇ ਸ਼ਲੋਕ ਵਿੱਚ ਸੰਖੇਪ ਜਿਹਾ ਭਾਵ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਪਰਮਾਤਮਾ ਜਾਂ ਅਕਾਲ ਪੁਰਖ ਵਾਹਿਗੁਰੂ ਏ, ਤੇ ਉਸ ਵਾਹਿਗੁਰੂ ਦੀ ਉਹ ਵਡਿਆਈ ਜਾਂ ਉਹਦੀ ਸਿਫਤ ਸਾਨੂੰ ਸੁਣਾਉਂਦਿਆਂ ਇਹ ਗੱਲ ਕਹਿੰਦੇ ਨੇ ਕਿ ਮੇਰੇ ਪਰਮਾਤਮਾ ਮੇਰੇ ਗੁਰੂ ਵਿੱਚ ਇਹ ਗੁਣ ਹੈ ਕਿ ਉਹ ਬੰਦਿਆਂ ਤੋਂ ਮਾਨਸਾਂ ਤੋਂ ਸ਼ੁਭ ਗੁਣਾਂ ਦੀ ਪੂੰਜੀ ਦੇ ਕੇ ਉਹਨਾਂ ਨੂੰ ਇੱਕਦਮ ਦੇਵਤੇ ਬਣਾ ਦੇਣ ਦੀ ਸਮਰੱਥਾ ਰੱਖਦੇ ਨੇ। ਸੋ ਇਹ ਵਾਹਿਗੁਰੂ ਜੀ ਦੇ ਇੱਕ ਗੁਣ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਇੱਥੇ ਕੀਤਾ ਤੇ ਸਾਨੂੰ ਸਮਝਾਇਆ ਕਿ ਇਸ ਲਈ ਮੈਂ ਉਹਦੇ ਤੋਂ ਸਦਕਾ ਇੱਛਾ ਲਈ ਵੀ ਵਰਤਿਆ ਜਾਂਦਾ। ਸੋ ਦੂਜਾ ਸ਼ਲੋਕ ਦੂਜੇ ਗੁਰੂ ਜੀ ਦਾ, ਗੁਰੂ ਅੰਗਦ ਦੇਵ ਸਾਹਿਬ ਜੀ ਦਾ। ਤੇ ਇੱਥੇ ਸ਼ਲੋਕ ਇਹ ਜਿਹੜੇ ਨੇ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਲਗਾਏ ਨੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਉਸ ਤਰ੍ਹਾਂ ਆ ਹੀ ਨਹੀਂ ਸਕਦਾ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਵਿੱਚ ਹੋਏ ਨੇ। ਸੋ ਇਹ ਸਾਰੇ ਸ਼ਲੋਕ ਗੁਰੂ ਅੰਗਦ ਦੇਵ ਜੀ ਦੇ ਜਿੰਨੇ ਵੀ ਨੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਸੰਪਾਦਿਤ ਕੀਤਾ ਤੇ ਉਹਨਾਂ ਨੇ ਲਗਾਏ। ਇਹ ਇੱਕ ਚੀਜ਼ ਹੋਰ ਵੀ ਸਾਡੇ ਕੋਲ ਪ੍ਰਮਾਣ ਦੇ ਤੌਰ ਤੇ ਹੈਗੀ ਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਟਾਈਟਲ ਏ ਅਖੀਰ ਤੇ ਮੇਰੇ ਖਿਆਲ 1410 ਪੇਜ ਤੇ ਜਾਂ ਕੁਝ ਇਸ ਤਰ੍ਹਾਂ ਹੁੰਦਾ ਹੈ, ਉਹ ਸ਼ਲੋਕ ਵਾਰਾਂ ਤੇ ਵਧੀਕ। ਉਹਦਾ ਮਤਲਬ ਇਹ ਹੈ ਕਿ ਜਿਹੜੇ ਵਾਰਾਂ ਦੇ ਵਿੱਚ ਜਦੋਂ ਸ਼ਲੋਕ ਲਗਾਏ ਗਏ ਤੇ ਜਿਹੜੇ ਉਹਨਾਂ ਤੋਂ ਵੱਧ ਗਏ ਉਹ ਗੁਰੂ ਅਰਜਨ ਦੇਵ ਜੀ ਨੇ ਉਸ ਇੱਕ ਜਗ੍ਹਾ ਤੇ ਸਾਰੇ ਹੀ ਇਕੱਠੇ ਦਰਜ ਕਰ ਦਿੱਤੇ। ਸੋ ਇਹ ਉਹਨਾਂ ਨੇ ਲਗਾਏ ਨੇ। ਦੂਜੇ ਪਾਤਸ਼ਾਹ ਦਾ ਸ਼ਲੋਕ ਉਹਨਾਂ ਨੇ ਇੱਥੇ ਲਗਾਇਆ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਉਤਲੇ ਸ਼ਲੋਕ ਵਿੱਚ ਵੀ ਗੱਲ ਗੁਰੂ ਦੀ ਵਡਿਆਈ ਦੀ ਕੀਤੀ ਗਈ। ਗੁਰੂ ਨਾਨਕ ਦੇਵ ਜੀ ਨੇ ਆਖਿਆ ਮੈਂ ਆਪਣੇ ਗੁਰੂ ਤੋਂ ਸਦਕੇ ਹਾਂ, ਕਿਉਂਕਿ ਉਹ ਮਨੁੱਖਾਂ ਤੋਂ ਦੇਵਤੇ ਬਣਾਉਣ ਦੀ ਸਮਰੱਥਾ ਰੱਖਦੇ ਨੇ ਤੇ ਦੇਰ ਹੀ ਨਹੀਂ ਲਾਉਂਦੇ। ਜਿਹ ਤੇ ਕਿਰਪਾ ਕਰਨ ਇੱਕਦਮ ਉਹਦਾ ਸੁਭਾਅ ਤਬਦੀਲ ਹੋ ਜਾਂਦਾ ਹੈ ਤੇ ਮਨੁੱਖ ਮਾਨੋ ਦੇਵਤਾ ਬਣ ਜਾਂਦਾ ਹੈ। ਹੁਣ ਗੁਰੂ ਅੰਗਦ ਦੇਵ ਜੀ ਦਾ ਆਪਣਾ ਜੀਵਨ ਦਾ ਤਜਰਬਾ ਹੈ, ਕਿਉਂਕਿ ਉਹ 26-27 ਸਾਲਾਂ ਦੀ ਉਮਰ ਹੈ ਜਦੋਂ ਉਹ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਮਿਲੇ ਨੇ ਤੇ ਤਕਰੀਬਨ 7 ਕੁ ਵਰੇ ਉਹਨਾਂ ਨੇ ਸੇਵਾ ਕੀਤੀ ਤੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ। ਤੇ ਫਿਰ ਉਹ ਉਦੋਂ ਮੰਨ ਲਓ ਉਹਨਾਂ ਦੀ ਕੋਈ 34 ਕੁ ਸਾਲਾਂ ਦੀ ਉਮਰ ਸੀ ਜਦੋਂ ਉਹ ਗੁਰੂ ਬਣੇ। ਉਸ ਤੋਂ ਪਹਿਲਾਂ ਉਹ ਵੈਸ਼ਨੂ ਦੇਵੀ ਦੇ ਪੁਜਾਰੀ ਸਨ ਤੇ ਉੱਥੇ ਹਰ ਸਾਲ ਜਾਇਆ ਵੀ ਕਰਦੇ ਸਨ। ਪਹਿਲਾਂ ਆਪਣੇ ਪਿਤਾ ਜੀ ਨਾਲ ਜਾਂਦੇ ਰਹੇ, ਕਿਉਂਕਿ ਇਹਨਾਂ ਦੇ ਪਿਤਾ ਜੀ ਜਿਹੜੇ ਸਨ ਉਹ ਉਸ ਆਪਣੇ ਇਲਾਕੇ ਦੇ ਜਿਹੜਾ ਉਹਨਾਂ ਦਾ ਜਥਾ ਸੀ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲਾ, ਉਹਦੇ ਆਗੂ ਸਨ। ਜਾਂਦੇ ਰਹੇ, ਉਹਨਾਂ ਦੇ ਨਾਲ ਵੀ ਜਾਂਦੇ ਰਹੇ, ਪਰ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਸੇ ਹੀ ਸੰਗਤ ਨੇ ਭਾਈ ਲਹਿਣੇ ਨੂੰ ਆਪਣਾ ਮੁਖੀ ਚੁਣ ਲਿਆ ਤੇ ਹੁਣ ਭਾਈ ਲਹਿਣਾ ਜੀ ਆਪਣਾ ਜਥਾ ਲੈ ਕੇ ਵੈਸ਼ਨੂ ਦੇਵੀ ਤੇ ਹਰ ਸਾਲ ਜਾਂਦੇ ਨੇ ਤੇ ਬਾਕੀ ਸਾਰਾ ਸਾਲ ਵੀ ਆਪਣੇ ਸਮਾਗਮ ਕਰਦੇ ਨੇ ਜਾਂ ਭੇਟਾਵਾਂ ਆਦਿਕ ਜੋ ਉਹਨਾਂ ਦੀਆਂ ਲਿਖੀਆਂ ਉਸ ਵਕਤ ਮਿਲਦੀਆਂ ਹੋਣਗੀਆਂ ਉਹ ਗਾਇਆ ਕਰਦੇ ਸਨ, ਸਭ ਕੁਝ ਉਹ ਕਰਦੇ ਸਨ। ਪਰ ਇੱਕ ਦਿਨ ਜਦੋਂ ਉਹ ਜਵਾਲਾਮੁਖੀ ਨੂੰ ਹੀ ਜਾ ਰਹੇ ਸਨ ਤੇ
ਰਸਤੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਇੱਥੇ ਲਾਗੇ ਹੁਣ ਕਰਤਾਰਪੁਰ ਠਹਿਰੇ ਨੇ। ਉਹ ਕਰਤਾਰਪੁਰ ਵੇ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਵੀ ਇੱਥੇ ਠਹਿਰੇ ਹੋਏ ਨੇ, ਤੇ ਉਹ ਆਪਣੇ ਸਾਥ ਨੂੰ ਉੱਥੇ ਛੱਡ ਕੇ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਚਲੇ ਗਏ। ਉੱਥੇ ਫਿਰ ਉਹ ਤਕਰੀਬਨ 7 ਵਰ੍ਹੇ ਰਹੇ। ਸਾਖੀ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ, ਪਤਾ ਹੀ ਹੈ, ਆਪਾਂ ਉੱਥੇ ਜ਼ਿਆਦਾ ਟਾਈਮ ਨਹੀਂ ਲਾਉਂਦੇ। ਪਰ ਉੱਥੇ 7 ਵਰ੍ਹੇ ਰਹਿ ਕੇ ਉਹਨਾਂ ਨੇ ਸੇਵਾ ਕੀਤੀ, ਤੇ ਸੇਵਾ ਕਰਕੇ ਗੁਰੂ ਦਾ ਬਚਨ ਮੰਨ ਕੇ, ਗੁਰੂ ਜੀ ਦੇ ਆਖੇ ਲੱਗ ਕੇ, ਬਚਨਾਂ ਦੀ ਕਮਾਈ ਕਰਕੇ ਜਿਸ ਸਿੱਟੇ ਤੇ ਉਹ ਪਹੁੰਚੇ, ਉਹ ਸਿੱਟਾ ਉਹਨਾਂ ਨੇ ਪਹਿਲੇ ਸ਼ਲੋਕ ਵਿੱਚ ਦੱਸਿਆ ਕਿ ਸਾਡੇ ਅੰਦਰ ਵੀ ਹਨੇਰਾ ਹੈ ਅਗਿਆਨਤਾ ਦਾ, ਤੇ ਬਾਹਰ ਸੰਸਾਰ ਦੇ ਵਿੱਚ ਜੇ ਸੂਰਜ ਤੇ ਚੰਦਰਮਾ ਨਾ ਹੋਣ ਤੇ ਇੱਥੇ ਵੀ ਪੂਰਾ ਹਨੇਰਾ ਅੰਧਕਾਰ ਛਾਇਆ ਹੁੰਦਾ ਹੈ। ਇਸ ਅੰਧਕਾਰ ਨੂੰ, ਜਿਹੜਾ ਧਰਤੀ ਉੱਤੇ ਅੰਧਕਾਰ ਹੁੰਦਾ ਹੈ ਇਹਨਾਂ ਸੂਰਜ ਤੇ ਚੰਦਰਮਾ ਦੀ ਹੋਣ ਤੋਂ ਬਿਨਾਂ, ਉਸ ਹਨੇਰੇ ਨੂੰ ਸੂਰਜ ਤੇ ਚੰਦਰਮਾ ਦੀ ਜਿਹੜੀ ਰੋਸ਼ਨੀ ਹੈ ਉਹ ਇਹਨੂੰ ਪ੍ਰਕਾਸ਼ਿਤ ਕਰ ਸਕਦੀ ਹੈ। ਪਰ ਜਿਹੜਾ ਮਨੁੱਖ ਦੇ ਮਨ ਵਿੱਚ ਅਗਿਆਨਤਾ ਦਾ ਹਨੇਰਾ ਹੈ, ਉਸ ਨੂੰ ਇਹ ਸੂਰਜ ਤੇ ਚੰਦਰਮਾ ਇੱਕ ਨਹੀਂ ਚਾਹੇ ਹਜ਼ਾਰਾਂ ਹੋਣ, ਉਹਨਾਂ ਦੀ ਰੋਸ਼ਨੀ ਜਿਹੜੀ ਹੈ ਮਨੁੱਖੀ ਮਨ ਨੂੰ ਅੰਦਰੋਂ ਪ੍ਰਕਾਸ਼ਿਤ ਨਹੀਂ ਕਰ ਸਕਦੀ। ਸੋ ਇੱਕ ਤਰ੍ਹਾਂ ਨਾਲ ਤੁਲਨਾ ਹੈ ਵੀ ਜੇ ਇੰਨਾ ਵੱਡਾ ਚਾਨਣ ਵੀ ਹੋ ਜੇ, 100 ਚੰਦਰਮਾ ਚੜ ਜਾਣ, ਹਜ਼ਾਰਾਂ ਸੂਰਜ ਚੜ ਪੈਣ, ਇੰਨੇ ਚਾਨਣ ਦੇ ਹੁੰਦਿਆਂ ਹੋਇਆਂ ਵੀ ਗੁਰੂ ਤੋਂ ਬਿਨਾ ਜਿਹੜਾ ਸਾਡੇ ਮਨੁੱਖੀ ਮਨ ਵਿੱਚ ਅਗਿਆਨਤਾ ਦਾ ਹਨੇਰਾ ਹੁੰਦਾ ਹੈ, ਉਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਸੋ ਜਿਹੜਾ ਗੁਰੂ ਦਾ ਗਿਆਨ ਹੈ, ਇਹ ਮਨੁੱਖ ਦੇ ਅੰਤਰ-ਆਤਮੇ ਵਿੱਚ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਉਸ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ 27-28 ਸਾਲ ਪਹਿਲੇ ਬੀਤੇ ਹੋਏ ਨੇ, ਉਹਨਾਂ ਦਾ ਤਜਰਬਾ ਹੈ ਕਿ ਜੇ ਉਹ ਉਸ ਢੰਗ ਨਾਲ ਸਾਰੀ ਜ਼ਿੰਦਗੀ ਵੀ ਤੁਰੇ ਰਹਿੰਦੇ, ਤੇ ਜਿਹੜਾ ਅਗਿਆਨਤਾ ਦਾ ਹਨੇਰਾ ਉਹਨਾਂ ਦੇ ਅੰਦਰ ਸੀ, ਸ਼ਾਇਦ ਉਹ ਕਦੀ ਵੀ ਦੂਰ ਨਾ ਹੋ ਸਕਦਾ। ਉਹ ਅਗਿਆਨਤਾ ਦਾ ਹਨੇਰਾ ਕਦੋਂ ਦੂਰ ਹੋਇਆ? ਜਦੋਂ ਉਹ ਗੁਰੂ ਦੇ ਗਿਆਨ ਦੇ ਪ੍ਰਕਾਸ਼ ਵਿੱਚ ਚਲੇ ਗਏ। ਜੇ ਗਿਆਨ ਦਾ ਪ੍ਰਕਾਸ਼ ਨਾ ਹੁੰਦਾ ਤੇ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਕਦੇ ਨਾ ਮਿਟਦਾ। ਸੋ ਇਸ ਲਈ ਇਸ ਸ਼ਲੋਕ ਵਿੱਚ ਉਹਨਾਂ ਨੇ ਇਹ ਗੱਲ ਸਾਨੂੰ ਸਮਝਾ ਦਿੱਤੀ ਹੈ ਕਿ ਜੇ ਇੰਨਾ ਵੱਡਾ ਪ੍ਰਕਾਸ਼ ਵੀ ਅਸੀਂ ਬਾਹਰ ਮੁਖੀ ਕਰ ਲਈਏ, ਉਸ ਦੇ ਬਾਵਜੂਦ ਵੀ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਨਹੀਂ ਮਿਟਦਾ। ਅਗਿਆਨਤਾ ਦੇ ਹਨੇਰੇ ਨੂੰ ਮਿਟਾਉਣ ਲਈ ਸਾਨੂੰ ਗੁਰੂ ਦੇ ਬਖਸ਼ੇ ਹੋਏ ਗਿਆਨ ਦੀ ਜ਼ਰੂਰਤ ਹੈ। ਸੋ ਇਹ ਜੋ ਅਸੀਂ ਹੁਣ ਅੱਗੇ ਸਮਝਣਾ ਹੈ ਇਸ ਬਾਣੀ ਵਿੱਚੋਂ, ਉਹ ਸਾਰਾ ਗੁਰੂ ਦਾ ਗਿਆਨ ਹੈ। ਤੇ ਇਸ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਸ ਵਕਤ ਵੀ ਤੇ ਅੱਜ ਵੀ ਜਿਹੜੀਆਂ ਸਾਡੇ ਸਮਾਜ ਵਿੱਚ ਕਮਜ਼ੋਰੀਆਂ, ਕੁਰੀਤੀਆਂ ਤੇ ਬੁਰਾਈਆਂ ਆ ਚੁੱਕੀਆਂ ਸਨ, ਉਹਨਾਂ ਦਾ ਵਰਣਨ ਕਰਕੇ ਤੇ ਉਹਨਾਂ ਨੂੰ ਸਮਾਜ ਵਿੱਚੋਂ ਕੱਢਣ ਦਾ ਯਤਨ ਕੀਤਾ ਹੋਇਆ ਹੈ। ਚਾਹੇ ਉਹ ਬੁਰਾਈਆਂ ਸਮਾਜਿਕ ਪੱਖ ਤੋਂ ਹੋਣ, ਧਾਰਮਿਕ ਪੱਖ ਤੋਂ ਹੋਣ, ਰਾਜਨੀਤਿਕ ਪੱਖ ਤੋਂ ਹੋਣ, ਸੱਭਿਆਚਾਰਕ ਪੱਖ ਤੋਂ ਹੋਣ, ਕਿਸੇ ਵੀ ਪਹਿਲੂ ਤੋਂ ਜਿਹੜੀਆਂ ਬੁਰਾਈਆਂ ਨੇ ਸਾਡੇ ਸਮਾਜ ਦੇ ਅੰਦਰ, ਉਹਨਾਂ ਦਾ ਵਰਣਨ ਕੀਤਾ ਹੋਇਆ ਇਸ ਬਾਣੀ ਵਿੱਚ, ਤੇ ਉਹਨਾਂ ਬੁਰਾਈਆਂ ਨੂੰ ਕਿਵੇਂ ਕੱਢਿਆ ਜਾ ਸਕਦਾ ਉਹਦਾ ਹੱਲ ਦੱਸਿਆ ਹੋਇਆ, ਉਹਦਾ ਢੰਗ ਦੱਸਿਆ ਹੋਇਆ। ਸੋ ਅਸੀਂ ਜਿਵੇਂ ਬਾਣੀ ਨੂੰ ਆਪਾਂ ਇੱਕ ਇੱਕ ਪੌੜੀ ਕਰਕੇ, ਇੱਕ ਇੱਕ ਸ਼ਲੋਕ ਕਰਕੇ ਸਮਝਦੇ ਜਾਵਾਂਗੇ, ਤੇ ਆਪਾਂ ਨੂੰ ਸਮਝ ਪੈਂਦੀ ਜਾਏਗੀ ਕਿ ਸੱਚਮੁੱਚ ਮਨੁੱਖੀ ਮਨ ਵਿੱਚ ਅਗਿਆਨਤਾ ਦਾ ਹਨੇਰਾ ਹੀ ਸੀ, ਜਿਸ ਨੂੰ ਗੁਰੂ ਦੇ ਗਿਆਨ ਰਾਹੀਂ ਕੱਢਿਆ ਜਾ ਸਕਦਾ ਹੈ। ਸਾਡੇ ਮਨਾਂ ਵਿੱਚ ਬਹੁਤ ਸਾਰਾ ਅਗਿਆਨਤਾ ਦਾ ਹਨੇਰਾ, ਮੈਂ ਆਪਣੀ ਗੱਲ ਕਰਦਾ, ਸ਼ਾਇਦ ਤੁਹਾਡੇ ਮਨ ਵਿੱਚ ਤੇ ਗਿਆਨ ਦਾ ਪ੍ਰਕਾਸ਼ ਹੋਵੇ, ਮੈਨੂੰ ਪਤਾ ਨਹੀਂ, ਪਰ ਅਜੇ ਮੇਰੇ ਮਨ ਵਿੱਚ ਕਈ ਥਾਈਂ ਅਗਿਆਨਤਾ ਦਾ ਹਨੇਰਾ ਟਿਕਿਆ ਹੋਇਆ ਹੈ। ਉਹੋ ਹੀ ਵਹਿਮ ਭਰਮ, ਉਹੋ ਹੀ ਸੁਪਰਸਟੀਸ਼ਨ, ਉਹੋ ਹੀ ਕਰਮ ਕਾਂਡ ਅਸੀਂ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ ਪੜ੍ਹਨ ਵਾਲੇ ਕਰੀ ਜਾ ਰਹੇ ਹਾਂ। ਇਹਦਾ ਮਤਲਬ ਕੀ ਹੋਇਆ? ਜਾਂ ਤੇ ਅਸੀਂ ਆਸਾ ਦੀ ਵਾਰ ਨੂੰ ਸਮਝਿਆ ਨਹੀਂ, ਜੇ ਸਮਝਿਆ ਤੇ ਉਸ ਨੂੰ ਜ਼ਿੰਦਗੀ 'ਚ ਅਪਣਾਇਆ ਨਹੀਂ,
ਤੇ ਜਾਂ ਫਿਰ ਅਸੀਂ ਪੜ੍ਹਿਆ ਹੀ ਨਹੀਂ, ਇੱਕ ਰਿਚੁਅਲ ਬਣਾ ਲਿਆ ਕਿ ਇਹਨੂੰ ਅੰਮ੍ਰਿਤ ਵੇਲੇ ਦਾ ਕੀਰਤਨ ਕਰਨਾ ਹੈ, ਤੇ ਉਹ ਕਰਨ ਵਾਲੇ ਕਰਕੇ ਚਲੇ ਜਾਂਦੇ ਨੇ, ਸੁਣਨ ਵਾਲੇ ਮੱਥਾ ਟੇਕ ਕੇ ਤੇ ਰੁਪਈਆ ਉਧਰ ਆਦਰ ਰੱਖ ਕੇ ਉਹ ਚਲੇ ਜਾਂਦੇ ਨੇ, ਥੱਲੇ ਪਕੌੜੇ ਬਣੇ ਹੀ ਹੁੰਦੇ ਨੇ। ਸੋ ਇੱਥੋਂ ਤੱਕ ਜਿਹੜਾ ਸਾਡਾ ਹੈ ਨਾ ਉਹ ਸੀਮਿਤ ਜੀ ਗੱਲ ਹੋ ਕੇ ਰਹਿ ਗਈ ਹੈ, ਤੇ ਇਸ ਨੂੰ ਅਸੀਂ ਕਰਮ ਕਾਂਡ ਤੋਂ ਵਧੇਰੇ ਕੁਛ ਨਹੀਂ ਆਖ ਸਕਦੇ, ਭਾਵੇਂ ਗੁਰਬਾਣੀ ਦਾ ਕੀਰਤਨ ਹੈ। ਸੱਚਾਈ ਇਹ ਆ, ਵੇਖੋ ਕਿਸੇ ਨੂੰ ਬੁਰਾ ਨਹੀਂ ਲੱਗਣਾ ਚਾਹੀਦਾ। ਸੱਚਾਈ ਇਹ ਆ ਕਿ ਜਿੰਨਾ ਚਿਰ ਅਸੀਂ ਗੁਰੂ ਦੀ ਬਾਣੀ ਨੂੰ ਬੰਦਿਆਂ ਦੀ ਤਰ੍ਹਾਂ ਨਹੀਂ ਪੜ੍ਹਦੇ, ਇੱਕ ਇੱਕ ਸ਼ਬਦ ਕਰਕੇ, ਇੱਕ ਇੱਕ ਸ਼ਲੋਕ ਕਰਕੇ ਫਿਰ ਉਸ ਨੂੰ ਵਿਚਾਰਦੇ ਨਹੀਂ, ਇਹ ਕਿਸ ਸੰਦਰਭ ਵਿੱਚ ਉਚਾਰਿਆ ਗਿਆ, ਇਹਦਾ ਇਤਿਹਾਸ ਨਾਲ ਕੀ ਸੰਬੰਧ ਹੈ, ਇਹਦਾ ਸਾਡੇ ਨਿੱਤ ਦੇ ਰੋਜ਼ਮਰਾ ਦੀ ਜ਼ਿੰਦਗੀ ਨਾਲ ਕੀ ਸੰਬੰਧ ਹੈ, ਜਿੰਨਾ ਚਿਰ ਇਹ ਸਾਰੀਆਂ ਚੀਜ਼ਾਂ ਅਸੀਂ ਨਹੀਂ ਸਮਝਦੇ, ਉਹਨਾਂ ਚਿਰ ਕੇਵਲ ਗਾ ਕੇ ਅੱਗੇ ਲੰਘ ਜਾਣ, ਕੁਛ ਵੀ ਨਹੀਂ ਬਦਲਣ ਵਾਲਾ, ਇੱਕ ਨਵੇਂ ਪੈਸੇ ਦਾ ਫਰਕ ਨਹੀਂ ਪੈਣ ਵਾਲਾ, ਜੇ ਅਸੀਂ ਕੇਵਲ ਗਾ ਕੇ ਜਾਂ ਪੜ੍ਹ ਕੇ ਜਾਂ ਨਿਤਨੇਮ ਕਰਕੇ ਅੱਗੇ ਲੰਘੀਏ। ਜੇ ਅਸੀਂ ਉਸ ਨੂੰ ਸਮਝਦੇ ਹਾਂ, ਉਸ ਨੂੰ ਵਿਚਾਰਦੇ ਹਾਂ, ਫਿਰ ਗਾਉਣਾ ਵੀ ਸਾਡਾ ਸਕਾਰਤ ਹੈ, ਫਿਰ ਪੜ੍ਹਨਾ ਵੀ ਸਕਾਰਤ ਹੈ, ਫਿਰ ਨਿਤਨੇਮ ਕਰਨਾ ਵੀ ਸਾਡੇ ਲਈ ਇੱਕ, ਜਿਵੇਂ ਅਸੀਂ ਕਹਿੰਦੇ ਹਾਂ ਕਿ ਹਨੇਰੇ ਵਿੱਚ ਦੀਵਾ ਜਗਾਉਣ ਦੀ ਤਰ੍ਹਾਂ ਹੋਏਗਾ। ਪਰ ਜੇ ਉਹ ਨਹੀਂ ਤੇ ਫਿਰ ਕੁਝ ਵੀ ਨਹੀਂ, ਫਿਰ ਅਸੀਂ ਆਪਣਾ ਟਾਈਮ ਖਰਾਬ ਕਰਦੇ ਹਾਂ, ਜਿਹੜਾ ਕਿ ਸਾਨੂੰ ਨਹੀਂ ਕਰਨਾ ਚਾਹੀਦਾ। ਉਸ ਸਮੇਂ ਅਸੀਂ ਕੋਈ ਹੋਰ ਘੰਟਾ ਕੰਮ ਕਰ ਲਈਏ ਤੇ 8, 10, 20 ਡਾਲਰ ਮਿਲ ਸਕਦੇ ਨੇ, ਉਹਦੇ ਨਾਲ ਫਿਰ ਉਹ ਚੰਗਾ ਹੋਏਗਾ। ਸੋ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਹਰ ਪਹਿਲੂ ਤੋਂ ਗੁਰੂ ਸਾਹਿਬ ਨੇ ਕਿਵੇਂ ਸਾਨੂੰ ਗਿਆਨ ਬਖਸ਼ਿਆ ਹੈ, ਤੇ ਜੇ ਅਸੀਂ ਉਸ ਨੂੰ ਸਮਝ ਕੇ ਤੇ ਫਿਰ ਵੀ ਜਾਣੇ ਆ, ਤੇ ਫਿਰ ਇੱਕ ਲਾਈਨ ਹੈ ਗੁਰਬਾਣੀ ਵਿੱਚ, ਹਾਥ ਦੀਪ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰ, ਵੀ ਇਸ ਬੰਦੇ ਦੀ ਵਡਿਆਈ ਕੀ ਹੈ। ਗਿਆਨ ਦੇ ਹੁੰਦਿਆਂ ਜੇ ਖੂਚ ਡਿੱਗਦਾ ਹੈ ਤੇ ਵਿਕਾਰਾਂ ਦੀ ਖੱਡ ਵਿੱਚ ਫਿਰ ਵੀ ਡਿੱਗਦਾ ਹੈ, ਇਹਨੂੰ ਗਿਆਨ ਵੀ ਹੈ ਤੇ ਫਿਰ ਮਰਨ ਦਿਓ ਇਹਨੂੰ, ਇਹ ਮਰੇਗਾ, ਇਹ ਕਿਸੇ ਤਰ੍ਹਾਂ ਵੀ ਬਚਾਇਆ ਨਹੀਂ ਜਾ ਸਕਦਾ। ਉਸ ਬੰਦੇ ਨੂੰ ਬਚਾਇਆ ਜਾ ਸਕਦਾ ਹੈ ਜਿਹਦੇ ਕੋਲ ਦੀਵਾ ਨਹੀਂ, ਜਿਹਦੇ ਕੋਲ ਗਿਆਨ ਨਹੀਂ, ਵੀ ਉਹ ਤੇ ਹਨੇਰੇ ਵਿੱਚ ਖੂਚ ਡਿੱਗਾ, ਚਲੋ ਭੱਜ ਕੇ ਕੱਢੀਏ। ਜਿਹੜਾ ਵੇਖ ਰਿਹਾ ਕਿ ਅੱਗੇ ਖੂਹ, ਅੱਗੇ ਖਾਤਾ, ਉਹਦੇ ਵਿੱਚ ਫਿਰ ਡਿੱਗ ਰਿਹਾ, ਤੇ ਉਹਨੂੰ ਬਚਾ ਦੇਣਾ ਮੁਸ਼ਕਿਲ ਹੁੰਦਾ। ਉਹਨੂੰ ਬਚਾਉਣਾ ਵੀ ਨਹੀਂ ਚਾਹੀਦਾ, ਜਾਣ ਦਿਓ, ਕਮ ਸੇ ਕਮ ਇੱਕ ਭਾਰ ਤੇ ਮੁੱਕੇ ਦੁਨੀਆ ਤੋਂ। ਹੁਣ ਗੁਰੂ ਜੀ ਅਗਲਾ ਸ਼ਲੋਕ ਜਿਹੜਾ ਹੈ ਉਹਦੇ ਵਿੱਚ ਕਿਆ ਸਪਸ਼ਟ ਉਹਨਾਂ ਨੇ ਲਿਖਿਆ, ਨਾਨਕ ਗੁਰੂ ਨਾ ਚੇਤਨੀ। ਇਹ ਥੋੜਾ ਜਿਹਾ ਇੱਕ ਵਿਆਕਰਨ ਦਾ ਨੁਕਤਾ ਹੈ। ਨਾਨਕ ਦਾ ਕੱਕਾ, ਨਾਨਕ ਨਾਉ ਨੇ, ਜਦੋਂ ਇਸ ਨਾਮ ਦਾ ਕੱਕਾ ਮੁਕਤਾ ਆਵੇ, ਉੱਥੇ ਇੱਥੇ ਵਿਸ਼ਰਾਮ ਦੇ ਕੇ ਅੱਗੇ ਪਾਠ ਕਰਨਾ ਹੁੰਦਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਇੱਥੇ ਸਾਡੇ ਵਰਗੇ ਪੜ੍ਹੇ ਲਿਖੇ ਲੋਕਾਂ ਦੀ ਗੱਲ ਕੀਤੀ ਗਈ ਹੈ, ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਨੇ, ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਕਿ ਸਾਨੂੰ ਗੁਰੂ ਦੀ ਲੋੜ ਨਹੀਂ। ਇਸ ਤਰ੍ਹਾਂ ਵੀ ਲੋਕ ਕਹਿੰਦੇ, ਮੈਂ ਆਪਣੇ ਕੰਨਾਂ ਨਾਲ ਸੁਣੇ ਨੇ ਕਿ ਜਦੋਂ ਕੋਈ ਧਾਰਮਿਕ ਵਿਚਾਰਾਂ ਦਾ ਮਨੁੱਖ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਆਪਣਾ ਆਪਾ ਗੁਰੂ ਦੇ ਸਮਰਪਿਤ ਕਰ ਦਿਓ, ਆਪਣੀ ਮੱਤ ਛੱਡ ਦਿਓ, ਗੁਰੂ ਦੀ ਮੱਤ ਧਾਰਨ ਕਰੋ, ਮਹਾਂਪੁਰਸ਼ਾਂ ਦੀ ਮੱਤ ਮੁਤਾਬਕ ਜੀਵਨ ਜੀਵੋ, ਆਪਣੀ ਮੱਤ ਦਾ ਤਿਆਗ ਕਰੋ। ਤੇ ਮੈਂ ਆਪਣੇ ਕੰਨਾਂ ਨਾਲ ਸੁਣਿਆ, ਉਹ ਕਹਿੰਦੇ ਨੇ ਫਿਰ ਇਹ ਤੇ ਗੁਲਾਮੀ ਹੈ, ਵੀ ਇਹ ਤੇ ਇੱਕ ਗੁਲਾਮੀ ਹੈ, ਤੇ ਗੁਲਾਮੀ ਤੋਂ ਤੇ ਗੁਰੂ ਜੀ ਨੇ ਆਜ਼ਾਦ ਕਰਵਾਇਆ ਸਾਨੂੰ ਸਭਨਾਂ ਨੂੰ, ਤੇ ਅਸੀਂ ਇੱਕ ਆਤਮਿਕ ਤੌਰ ਤੇ ਹੋਰ ਗੁਲਾਮੀ ਪ੍ਰਵਾਨ ਕਰ ਲਈਏ। ਇਹ ਕਿੱਥੋਂ ਦੀ ਸਿਆਣਪ ਹੈ? ਅਸਲ ਵਿੱਚ ਇਹ ਗੁਲਾਮੀ ਨਹੀਂ, ਇਹ ਸਿਰਫ ਇਸ ਤਰ੍ਹਾਂ ਜਿਵੇਂ ਅਸੀਂ ਬੱਚੇ ਨੂੰ ਸਕੂਲ ਵਿੱਚ ਭੇਜਦੇ ਹਾਂ। ਜੇ ਬੱਚੇ ਨੂੰ ਸਕੂਲ ਵਿੱਚ ਨਾ ਭੇਜੀਏ, ਸ਼ਾਇਦ ਉਹ ਡਾਕਟਰ ਹੋਣ ਦੀ ਡਿਗਰੀ ਕਦੀ ਵੀ ਨਾ ਲੈ ਸਕੇ, ਭਾਵੇਂ ਉਹ ਕਿੰਨਾ ਸਿਆਣਾ ਹੋਵੇ, ਉਹ ਕਿੰਨੀਆਂ ਦਵਾਈਆਂ ਦਾ ਗਿਆਤਾ ਹੋਵੇ, ਉਹਨੇ ਕਿੰਨੀ ਵੱਡੀ ਖੋਜ ਕਰ ਲਈ ਹੋਵੇ, ਉਹ ਨਾ ਲੈ ਸਕੇਗਾ ਡਿਗਰੀ ਡਾਕਟਰ ਦੀ। ਇਹ ਕੇਵਲ ਇਸ ਤਰ੍ਹਾਂ ਹੀ ਹੈ, ਗੁਰੂ ਦੀ ਮੱਤ ਲੈਣਾ, ਗੁਰੂ ਦੇ ਇਸ ਧਾਰਮਿਕ ਸਕੂਲ ਵਿੱਚ ਆਉਣਾ, ਗੁਰੂ ਦੀ ਸਿੱਖਿਆ ਲੈਣਾ। ਜਦੋਂ ਬੱਚਾ ਸਕੂਲ ਵਿੱਚ ਸਿੱਖਿਆ ਲੈਂਦਾ, ਉਹ ਟੀਚਰ ਦਾ ਗੁਲਾਮ ਨਹੀਂ ਹੁੰਦਾ, ਸਿਰਫ ਉਹਦਾ ਸਿੱਖਿਆ ਦਾਤਾ ਹੈ ਤੇ ਉਹਦਾ ਸਟੂਡੈਂਟ ਹੈ। ਜਦੋਂ ਸਕੂਲ ਤੋਂ ਬਾਹਰ ਨਿਕਲ ਜਾਂਦਾ, ਉਹ ਆਜ਼ਾਦ ਹੁੰਦਾ, ਉਹ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜੌਬ ਕਰੇ, ਟੀਚਰ ਦੀ ਉਹਦੇ ਉੱਤੇ ਕੋਈ ਪਾਬੰਦੀ ਨਹੀਂ ਹੁੰਦੀ, ਕੋਈ ਡੰਡਾ ਉਹਦੇ ਸਿਰ ਤੇ ਨਹੀਂ ਰੱਖਿਆ ਹੁੰਦਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ
ਤੇ ਉਹ ਗੁਰੂ ਦੀ ਅਸੀਂ ਗੁਲਾਮੀ ਨਹੀਂ ਸਹੇੜਦੇ, ਸਗੋਂ ਗੁਰੂ ਦੇ ਗਿਆਨ ਰਾਹੀਂ ਦੁਆਰਾ ਅਸੀਂ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਾਂ ਤੇ ਅਸੀਂ ਇੱਕ ਚੰਗੇ ਇਨਸਾਨ ਬਣਦੇ ਹਾਂ। ਜਿਵੇਂ ਉੱਤੇ ਸਾਨੂੰ ਸਮਝਾਇਆ ਗਿਆ ਕਿ ਗੁਰੂ ਦੀ ਬਖਸ਼ੀ ਸੋਝੀ ਦੁਆਰਾ ਅਸੀਂ ਮਨੁੱਖ ਤੋਂ ਦੇਵਤੇ ਬਣ ਸਕਦੇ ਹਾਂ, ਦੈਵੀ ਗੁਣਾਂ ਵਾਲੇ ਬਣ ਸਕਦੇ ਹਾਂ, ਸਾਡੇ ਕੋਲ ਦੈਵੀ ਸੰਪਦਾ ਇਕੱਠੀ ਹੋ ਸਕਦੀ ਹੈ। ਸੋ ਨਾਨਕ ਗੁਰੂ ਨਾ ਚੇਤਨੀ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਜਿਹੜੇ ਲੋਕ ਗੁਰੂ ਨੂੰ ਚੇਤੇ ਨਹੀਂ ਕਰਦੇ, ਭਾਵ ਗੁਰੂ ਦੇ ਗਿਆਨ ਨੂੰ ਹਾਸਲ ਨਹੀਂ ਕਰਦੇ, ਲੇਕਿਨ ਮਨ ਆਪਣੇ ਸੁਚੇਤ, ਆਪਣੇ ਹੀ ਮਨ ਵਿੱਚ ਆਪਣੇ ਆਪ ਨੂੰ ਸਮਝਦੇ ਨੇ ਕਿ ਸਾਨੂੰ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ, ਕਿਉਂਕਿ ਅਸੀਂ ਸੁਚੇਤ ਹਾਂ, ਅਸੀਂ ਜਾਗਰੂਕ ਹਾਂ, ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਸਭ ਪਤਾ ਹੈ, ਸਾਨੂੰ ਆਤਮਾ ਦਾ ਪਤਾ ਹੈ, ਸਾਨੂੰ ਪਰਮਾਤਮਾ ਦਾ ਪਤਾ ਹੈ, ਸਾਨੂੰ ਸਰੀਰ ਦੇ ਹਰ ਪਾਰਟ ਉਹਦੇ ਅੰਦਰ ਕਿਵੇਂ ਕਾਰਜ ਹੋ ਰਿਹਾ ਸਾਨੂੰ ਸਭ ਪਤਾ ਹੈ। ਗੁਰੂ ਦੇ ਗਿਆਨ ਦੀ ਹੁਣ ਕੀ ਲੋੜ ਹੈ? ਅਸਲ ਵਿੱਚ ਇਹ ਗੱਲ ਉਹਨਾਂ ਹੀ ਲੋਕਾਂ ਲਈ ਗੁਰੂ ਸਾਹਿਬ ਨੇ ਲਿਖੀ ਹੈ ਕਿ ਉਹਨਾਂ ਦੀ ਹਾਲਤ ਕੀ ਹੁੰਦੀ ਹੈ ਜਿਹੜੇ ਗੁਰੂ ਨਾ ਚੇਤਨੀ। ਗੁਰੂ ਨਾ ਚੇਤਨੀ ਦਾ ਮਤਲਬ ਇਹ ਨਹੀਂ ਕਿ ਗੁਰੂ ਦਾ ਸਿਮਰਨ ਨਹੀਂ ਕਰਦੇ। ਅਸੀਂ ਇਹ ਨਹੀਂ ਕਹਿਣਾ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ, ਇਸ ਤਰ੍ਹਾਂ ਨਹੀਂ ਕਰਨਾ। ਸਗੋਂ ਗੁਰੂ ਨਾ ਚੇਤਨੀ ਤੋਂ ਮਤਲਬ ਹੈ ਗੁਰੂ ਦੇ ਬਖਸ਼ੇ ਉਪਦੇਸ਼ ਨੂੰ ਚੇਤੇ ਨਹੀਂ ਕਰਦੇ, ਗੁਰੂ ਦੇ ਦਿੱਤੇ ਗਿਆਨ ਨੂੰ ਚੇਤੇ ਨਹੀਂ ਕਰਦੇ, ਤੇ ਆਪਣੇ ਮਨ ਵਿੱਚ ਆਪ ਹੀ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਦੇ ਨੇ ਕਿ ਸਾਨੂੰ ਸਭ ਪਤਾ ਹੈ, ਮੈਨੂੰ ਪਤਾ ਹੈ ਆਤਮਾ ਕੀ ਹੁੰਦੀ ਹੈ, ਮੈਨੂੰ ਪਤਾ ਹੈ ਪਰਮਾਤਮਾ ਕੀ ਹੁੰਦਾ, ਜਦੋਂ ਕਿ ਪਤਾ ਕੁਝ ਵੀ ਨਹੀਂ ਹੁੰਦਾ। ਜੇ ਤੁਸੀਂ ਮੈਨੂੰ ਪੁੱਛੋ ਆਤਮਾ ਕੀ ਹੈ ਤੇ ਮੈਂ ਤੁਹਾਨੂੰ ਇੱਕਦਮ ਜੋ ਮੈਂ ਪੜ੍ਹਿਆ ਮੈਂ ਦੱਸ ਦਿਆਂਗਾ, ਹਾਂ ਇਹ ਆਤਮਾ ਹੁੰਦੀ ਹੈ। ਪਰ ਕੀ ਉਸ ਆਤਮਾ ਨੂੰ ਮੈਂ ਜਾਣਦਾ? ਕੀ ਉਸ ਆਤਮਾ ਨੂੰ ਮੈਂ ਪਹਿਚਾਣਦਾ? ਕੀ ਉਸ ਆਤਮਾ ਨੂੰ ਮੈਂ ਕਦੀ ਮਹਿਸੂਸ ਕੀਤਾ ਹੈ? ਜੇ ਮੈਨੂੰ ਇਹ ਸਵਾਲ ਕੀਤੇ ਜਾਣ ਤੇ ਮੈਂ ਜਵਾਬ ਨਹੀਂ ਦੇ ਪਾਵਾਂਗਾ। ਮੈਂ ਪਰਮਾਤਮਾ ਬਾਰੇ ਤੁਸੀਂ ਮੈਨੂੰ ਪੁੱਛੋ, ਜੋ ਮੈਂ ਪੜ੍ਹਿਆ ਮੈਂ ਇੱਕਦਮ ਦੱਸ ਦਿਆਂਗਾ, ਮੈਂ ਪਰਮਾਤਮਾ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਜਾਣਦਾ, ਉਹ ਸਭ ਥਾਵਾਂ ਤੇ ਵਿਆਪਕ ਕੇ ਉਹ ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ। ਹੁਣ ਸਾਇੰਸ ਨੇ ਸਿੱਧ ਕਰ ਦਿੱਤਾ ਉਹ ਬੜੀ ਵੱਡੀ ਸ਼ਕਤੀ, ਉਹ ਇੱਕ એનર્ਜੀ ਹੈ। ਮੈਂ ਤੁਹਾਨੂੰ ਬਹੁਤ ਕੁਝ ਸਮਝਾ ਦਿਆਂਗਾ, ਸੁਣਾ ਦਿਆਂਗਾ। ਪਰ ਜੇ ਤੁਸੀਂ ਮੈਨੂੰ ਆਖੋ ਕਿ ਤੂੰ ਕਦੀ ਪਰਮਾਤਮਾ ਨੂੰ ਮਹਿਸੂਸ ਕੀਤਾ ਤੇ ਮੇਰੇ ਕੋਲ ਕੋਈ ਜਵਾਬ ਨਹੀਂ। ਕਦੀ ਤੂੰ ਪਰਮਾਤਮਾ ਨੂੰ ਅੰਤਰਾਤਮੇ ਜਾਣਿਆ, ਮੇਰੇ ਕੋਲ ਕੋਈ ਜਵਾਬ ਨਹੀਂ ਹੋਏਗਾ। ਸੋ ਇਹ ਦੋ ਚੀਜ਼ਾਂ ਨੇ, ਇੱਕ ਗਿਆਨ ਹੈ ਜਿਹੜਾ ਅਸੀਂ ਪੜ੍ਹਿਆ ਜਾਂ ਸੁਣਿਆ ਹੋਇਆ ਇਕੱਠਾ ਕੀਤਾ ਹੈ, ਇੱਕ ਉਹ ਗਿਆਨ ਹੁੰਦਾ ਹੈ ਜਿਹੜਾ ਸਾਨੂੰ ਅੰਦਰੋਂ ਫੁੱਟਦਾ ਹੈ। ਉਸ ਅੰਦਰਲੇ ਫੁੱਟੇ ਹੋਏ ਗਿਆਨ ਨੂੰ ਅਧਿਆਤਮਿਕ ਗਿਆਨ ਆਖਦੇ ਨੇ। ਬਾਹਰੋਂ ਇਕੱਠੇ ਕੀਤੇ ਹੋਏ ਗਿਆਨ ਨੂੰ, ਭਾਵੇਂ ਉਹ ਧਰਮ ਦੇ ਸੰਬੰਧ ਵਿੱਚ ਹੋਵੇ, ਭਾਵੇਂ ਆਤਮਾ ਤੇ ਪਰਮਾਤਮਾ ਦੇ ਸੰਬੰਧ ਵਿੱਚ ਹੋਵੇ, ਉਸ ਨੂੰ ਅਧਿਆਤਮਿਕ ਗਿਆਨ ਨਹੀਂ ਆਖਿਆ ਜਾਂਦਾ। ਸੋ ਇਹ ਚੀਜ਼ਾਂ ਅਸੀਂ ਸਮਝਣੀਆਂ ਨੇ ਨਾਲ ਦੀ ਨਾਲ ਕਿ ਗੁਰੂ ਜੀ ਕਹਿੰਦੇ ਨੇ ਜਿਹੜੇ ਮਨੁੱਖ ਗੁਰੂ ਵੱਲੋਂ ਜੋ ਗਿਆਨ ਸਾਨੂੰ ਬਖਸ਼ਿਆ ਗਿਆ ਹੈ, ਜਾਂ ਅਸੀਂ ਉੱਤੇ ਹੁਣ ਪੜ੍ਹ ਲਿਆ ਹੈ ਕਿ ਗੁਰੂ ਨਾਨਕ ਦੇਵ ਜੀ ਬਲਿਹਾਰੀ ਗੋਰੇ ਆਪਣੇ ਦੀ ਜਦੋਂ ਗੱਲ ਕਰਦੇ ਨੇ ਤੇ ਉਹ ਪਰਮਾਤਮਾ ਦੀ ਗੱਲ ਕਰਦੇ ਨੇ। ਗੁਰੂ ਨਾ ਚੇਤਨੀ ਦਾ ਮਤਲਬ ਇਹ ਵੀ ਬਣੇਗਾ ਕਿ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ, ਜਿਹੜੇ ਰੱਬ ਪਾਸੋਂ ਜਿਹੜੇ ਸਾਨੂੰ ਦੈਵੀ ਗੁਣ ਮਨੁੱਖਤਾ ਨੂੰ ਬਖਸ਼ੇ ਗਏ ਨੇ, ਜਿਹੜੇ ਉਹਨਾਂ ਦੇ ਧਾਰਨੀ ਨਹੀਂ ਹੁੰਦੇ ਲੇਕਿਨ ਆਪਣੇ ਮਨ ਵਿੱਚ ਸਮਝਦੇ ਨੇ ਕਿ ਸਾਨੂੰ ਸਭ ਪਤਾ ਹੈ, ਉਹਨਾਂ ਦੀ ਹਾਲਤ ਕੀ ਹੈ? ਛੁੱਟੇ ਤਿਲ ਬੁਆੜ ਜਿਉਂ ਸੁਣੈ ਅੰਦਰ ਖੇਤ। ਹੁਣ ਇਹਨੂੰ ਸਮਝਣਾ ਹੈ, ਜਿਹੜੇ ਜ਼ਿਮੀਂਦਾਰੇ ਨਾਲ ਥੋੜਾ ਸੰਬੰਧਿਤ ਹੋਣਗੇ ਸੱਜਣ, ਉਹ ਛੇਤੀ ਨਾ ਸਮਝ ਜਾਣਗੇ, ਦੂਜਿਆਂ ਨੂੰ ਸ਼ਾਇਦ ਛੇਤੀ ਨਾ ਸਮਝ ਆਵੇ। ਖੇਤ ਹੁੰਦਾ, ਉਹਦੇ 'ਚ ਆਪਾਂ ਤਿਲਾਂ ਦੇ ਬੀਜ ਬੀਜਦੇ ਹਾਂ, ਤੇ ਉਹ ਜਦੋਂ ਬੀਜ ਬੀਜਦੇ ਹਾਂ ਤੇ ਫਸਲ ਉੱਗਦੀ ਹੈ ਤੇ ਉਹ ਬੂਟੇ ਜੰਮਦੇ ਨੇ, ਵੱਡੇ ਵੱਡੇ ਇੰਨੇ ਉੱਚੇ ਹੁੰਦੇ ਨੇ ਤਿਲਾਂ ਦੇ ਬੂਟੇ, ਬੜੇ ਸੰਘਣੇ ਹਰੇ ਹੁੰਦੇ ਨੇ। ਜਦੋਂ ਉੱਚੇ ਹੋ ਜਾਂਦੇ ਨੇ ਤੇ ਉਹਨਾਂ ਵਿੱਚ ਕੁਝ ਇਹੋ ਜਿਹੇ ਬੂਟੇ ਹੁੰਦੇ ਨੇ ਜਿਹੜੇ ਉਹਨਾਂ ਦੀ ਤਰ੍ਹਾਂ ਹੀ ਉੱਗਦੇ ਨੇ, ਉਹਨਾਂ ਦੀ ਤਰ੍ਹਾਂ ਹੀ ਪ੍ਰਫੁੱਲਤ ਹੁੰਦੇ ਨੇ, ਉਹਨਾਂ ਤਰ੍ਹਾਂ ਹੀ ਹਰੇ ਹਰੇ ਪੱਤੇ ਉਹਨਾਂ ਨੂੰ ਆਉਂਦੇ ਨੇ, ਉਹਨਾਂ ਜਿੱਦਾਂ ਹੀ ਉਹਨਾਂ ਦਾ ਆਕਾਰ ਕੱਦ ਕਾਠ ਹੋ ਜਾਂਦਾ ਹੈ। ਲੇਕਿਨ ਜਦੋਂ ਗੱਲ ਆਉਂਦੀ ਹੈ ਫਲ ਲੱਗਣ ਦੀ, ਉਹਨਾਂ ਨੂੰ ਫਲ ਨਹੀਂ ਲੱਗਦੇ। ਫਲ ਲੱਗਦੇ ਨੇ ਪਰ ਫਲਾਂ ਦੇ ਵਿੱਚ ਦਾਣੇ ਨਹੀਂ ਹੁੰਦੇ, ਉਹਦੇ ਵਿੱਚ ਸੁਆਹ ਹੁੰਦੀ ਹੈ, ਰਾਖ ਹੁੰਦੀ ਹੈ, ਕਾਲਾ ਕਾਲਾ ਮਾਦਾ ਹੁੰਦਾ ਹੈ। ਸੋ ਉਹਦੀ ਉਦਾਹਰਨ ਦਿੱਤੀ ਹੈ ਗੁਰੂ ਜੀ ਨੇ ਵੀ ਉਹ ਲੋਕ ਕਿਹੋ ਜਿਹੇ ਨੇ ਜਿਹੜੇ ਲੋਕ
ਗੁਰੂ ਦੇ ਗਿਆਨ ਨੂੰ ਨਹੀਂ ਸਮਝਦੇ, ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਲੇਕਿਨ ਆਪਣੇ ਮਨ ਵਿੱਚ ਆਪਣੇ ਆਪ ਹੀ ਸਮਝਦੇ ਨੇ ਸਾਨੂੰ ਸਭ ਕੁਝ ਪਤਾ ਹੈ, ਸਾਨੂੰ ਸਭ ਗਿਆਨ ਹੈ। ਉਹਨਾਂ ਲੋਕਾਂ ਦੀ ਹਾਲਤ ਕਿਹੋ ਜਿਹੀ ਏ, ਉਸ ਬੁਆੜ ਤਿਲ ਦੇ ਬੂਟੇ ਵਰਗੀ। ਜਦੋਂ ਤਿਲ ਪੱਕ ਜਾਂਦੇ ਨੇ, ਜ਼ਿਮੀਂਦਾਰ ਉਸ ਖੇਤ ਦਾ ਮਾਲਕ ਆਉਂਦਾ ਹੈ, ਜਿਹੜੇ ਤਿਲ ਪ੍ਰਫੁੱਲਤ ਹੋਏ ਨੇ, ਜਿਨ੍ਹਾਂ ਵਿੱਚ ਦਾਣੇ ਪਏ ਨੇ, ਪੱਕ ਗਏ ਨੇ, ਉਹਨਾਂ ਨੂੰ ਕੱਟ ਕੇ ਸੰਭਾਲ ਕੇ ਆਪਣੇ ਗੱਡੇ ਵਿੱਚ ਲੱਦ ਕੇ ਉਹ ਘਰ ਲੈ ਜਾਂਦਾ ਹੈ। ਜਿਨ੍ਹਾਂ ਤਿਲਾਂ ਦੇ ਬੂਟਿਆਂ ਵਿੱਚ ਉਹ ਸੁਆਹ ਜਾਂ ਰਾਖ ਰਹਿ ਜਾਂਦੀ ਏ ਉਹਦੇ ਫਲੀਆਂ ਵਿੱਚ, ਉਹਨਾਂ ਨੂੰ ਉੱਥੇ ਹੀ ਛੱਡ ਜਾਂਦਾ, ਉਹ ਕੱਟ ਕੇ ਨਾਲ ਨਹੀਂ ਲਿਜਾਂਦਾ। ਹੁਣ ਉਹ ਖੇਤ ਵਿੱਚ ਸੁੰਨੇ ਛੱਡ ਦਿੱਤੇ ਗਏ ਨੇ। ਹੁਣ ਉਹਨਾਂ ਦੇ 100 ਖਸਮ ਬਣ ਜਾਣਗੇ, 100 ਮਾਲਕ ਬਣ ਜਾਣਗੇ। ਜਦੋਂ ਅਸੀਂ ਕਿਸੇ ਨੂੰ ਆਨੇ ਦੇ 100 ਖਸਮ ਨੇ, ਦੇ 100 ਮਾਲਕ ਨੇ, ਦਾ ਮਤਲਬ ਹੁੰਦਾ ਇਹਦਾ ਇੱਕ ਮਾਲਕ ਨਹੀਂ, ਇਹਦੇ ਸਾਰੇ ਹੀ ਮਾਲਕ ਨੇ। ਹੁਣ ਅਗਲੀ ਲਾਈਨ ਵਿੱਚ ਗੁਰੂ ਜੀ ਨੇ ਗੱਲ ਸਮਝਾ ਦਿੱਤੀ ਸਾਨੂੰ। ਜਿਵੇਂ ਪਹਿਲਾਂ ਦੱਸਿਆ, ਛੁੱਟੇ ਤਿਲ ਬੁਆੜ ਜਿਉਂ, ਜਿਵੇਂ ਉਹ ਸੁਆਹ ਜਿਨ੍ਹਾਂ ਦੇ ਫਲੀਆਂ ਵਿੱਚ ਪਈਏ ਬੂਟੇ ਛੱਡ ਦਿੱਤੇ ਗਏ ਨੇ ਸੁੰਨੇ ਖੇਤ ਅੰਦਰ, ਖੇਤਾਂ ਅੰਦਰ ਛੁੱਟਿਆਂ ਕਹੋ ਨਾਨਕ 100 ਨਾ। ਉਹ ਜਿਹੜੇ ਖੇਤ ਵਿੱਚ ਦਾਣਿਆਂ ਤੋਂ ਬਿਨਾਂ ਬੂਟੇ ਛੱਡ ਦਿੱਤੇ ਗਏ ਨੇ, ਉਹਨਾਂ ਦੇ ਹੁਣ 100 ਨਾ ਮੈਨੇ ਹੁੰਦਾ ਮਾਲਕ, ਉਹਨਾਂ ਦੇ ਸੈਂਕੜੇ ਮਾਲਕ ਬਣ ਗਏ ਨੇ, ਸੈਂਕੜੇ ਖਸਮ ਬਣ ਗਏ ਨੇ। ਭਾਵ ਉਹਨਾਂ ਦਾ ਹੁਣ ਕੋਈ ਵੀ ਮਾਲਕ ਨਹੀਂ ਰਿਹਾ। ਫਲੀਆਂ ਫੁੱਲੀਆਂ ਬੱਪੜੇ ਭੀ ਤਨ ਵਿੱਚ ਸੁਆ। ਉਹ ਫਲਦੇ ਵੀ ਨੇ, ਫੁੱਲਦੇ ਵੀ ਨੇ, ਵੱਡੇ ਵੀ ਹੁੰਦੇ ਨੇ, ਸੋਹਣੇ ਵੀ ਲੱਗਦੇ ਨੇ, ਪਰ ਉਹਨਾਂ ਦੇ ਤਨ ਵਿੱਚ, ਉਹਨਾਂ ਵਿਚਾਰਿਆਂ ਦੇ ਤਨ ਵਿੱਚ ਕੇਵਲ ਤੇ ਕੇਵਲ ਰਾਖ ਹੁੰਦੀ ਏ, ਹੋਰ ਕੁਝ ਨਹੀਂ ਹੁੰਦਾ। ਇਸ ਲਈ ਉਹਨਾਂ ਦਾ ਮਾਲਕ ਉਹਨਾਂ ਨੂੰ ਸੁੰਨਿਆਂ ਨੂੰ ਛੱਡ ਕੇ ਚਲਾ ਗਿਆ। ਹੁਣ ਇਹ ਗੱਲ ਸੀ ਗੁਰੂ ਨਾ ਚੇਤਨੀ ਉਹਨਾਂ ਲੋਕਾਂ ਦੀ, ਜਿਹੜੇ ਗੁਰੂ ਨੂੰ ਨਹੀਂ ਚੇਤਦੇ, ਜਿਹੜੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਜਿਹੜੇ ਗੁਰੂ ਦੇ ਗਿਆਨ ਨੂੰ ਹਾਸਲ ਕਰਕੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਕਰਦੇ, ਆਪਣੇ ਆਪ ਵਿੱਚ ਉਹ ਸੁਚੇਤ ਨੇ, ਸਿਆਣੇ ਬਣੇ ਫਿਰਦੇ ਨੇ। ਉਹਨਾਂ ਦੀ ਹਾਲਤ ਆ ਹੁੰਦੀ ਏ, ਉਹਨਾਂ ਦੇ ਸਰੀਰ ਵਿੱਚ ਵੀ ਅਧਿਆਤਮਕ ਤੌਰ ਤੇ ਸ਼ੁਭ ਗੁਣਾਂ ਦੀ ਥਾਂ ਅਵਗੁਣ ਹੀ ਟਿਕੇ ਰਹਿੰਦੇ ਨੇ, ਪਰ ਬਾਹਰੋਂ ਉੱਤੋਂ ਵੇਖਣ ਨੂੰ ਉਹ ਬੜੇ ਸਾਫ਼ ਸੁਥਰੇ ਨੇ। ਮੇਰੀ ਤਰ੍ਹਾਂ ਉਹਨਾਂ ਨੇ ਚਿੱਟੇ ਕੱਪੜੇ ਪਾਏ ਹੁੰਦੇ ਨੇ, ਗੱਲਾਂ ਕਰਨੀਆਂ ਬਹੁਤ ਆਉਂਦੀਆਂ ਨੇ, ਪਰ ਅੰਦਰੋਂ ਉਹੋ ਹੀ ਕਾਮ ਕਰੋ ਲੋਭ ਮੋਹ ਹੰਕਾਰ ਉਹਨਾਂ ਨੂੰ ਗ੍ਰਸ ਰਿਹਾ ਹੁੰਦਾ ਹੈ, ਉਸ ਤੋਂ ਬਚੇ ਹੋਏ ਨਹੀਂ ਹੁੰਦੇ। ਸੋ ਉਹਨਾਂ ਦੇ ਅੰਦਰ ਜਿਵੇਂ ਉਹ ਛੁੱਟੇ ਹੋਏ ਤਿਲਾਂ ਵਿੱਚ ਸੁਆਹ ਹੁੰਦੀ ਏ, ਇਹਨਾਂ ਦੇ ਮਨਾਂ ਵਿੱਚ ਉਹ ਔਗਣਾ ਰੂਪ ਸੁਆਹ ਅਜੇ ਵੀ ਭਰੀ ਰਹਿੰਦੀ ਏ, ਭਾਵੇਂ ਬਾਹਰੋਂ ਗਿਆਨ ਇਕੱਠਾ ਕਰ ਲਿਆ ਹੁੰਦਾ ਹੈ। ਸੋ ਇਹਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਤੁਲਨਾ ਕੀਤੀ ਏ ਉਹਨਾਂ ਮਨੁੱਖਾਂ ਦੀ, ਜਿਨ੍ਹਾਂ ਮਨੁੱਖਾਂ ਦੇ ਕੋਲ ਰੱਬੀ ਗਿਆਨ ਨਹੀਂ, ਪਰ ਬਾਹਰੋਂ ਗਿਆਨ ਇਕੱਠਾ ਕਰ ਲਿਆ ਹੋਇਆ ਹੈ, ਤੇ ਤੁਲਨਾ ਕੀਤੀ ਹੈ ਬੁਆੜ ਦੇ ਬੂਟਿਆਂ ਨਾਲ, ਜਿਨ੍ਹਾਂ ਨੂੰ ਮਾਲਕ ਛੱਡ ਕੇ ਚਲਾ ਜਾਂਦਾ ਤੇ ਉਹ ਸੁਣਨੇ। ਫਿਰ ਉਹਨਾਂ ਨੂੰ ਕੋਈ ਪੁੱਟ ਕੇ ਲੈ ਜੇ, ਕੋਈ ਵੱਢ ਕੇ ਲੈ ਜੇ, ਕੋਈ ਜਾ ਕੇ ਬਾਲ ਦੇਵੇ, ਕੋਈ ਸਾੜ ਦੇਵੇ, ਕੋਈ ਫਰਕ ਨਹੀਂ ਪੈਣ ਵਾਲਾ। ਸੋ ਇਹ ਹਾਲਤ ਉਹਨਾਂ ਲੋਕਾਂ ਦੀ ਹੁੰਦੀ ਏ ਜਿਨ੍ਹਾਂ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਪਹਿਲੀ ਪੰਕਤੀ ਵਿੱਚ ਕੀਤੀ ਹੈ। ਸੋ ਇਹਦੇ ਸੰਬੰਧ ਵਿੱਚ ਤੁਸੀਂ ਕੁਝ ਕਹਿਣਾ ਹੋਵੇ ਤੇ ਕਹਿ ਸਕਦੇ ਹੋ, ਫਿਰ ਆਪਾਂ ਪੌੜੀ ਨੂੰ ਸਮਝ ਕੇ ਤੇ ਫਿਰ ਸਮਾਪਤੀ ਕਰ ਦਿੰਦੇ ਆ। ਅੱਜ ਭੈਣ ਜੀ ਨੇ ਦੱਸਿਆ ਸੀ ਯੋਗਾ ਟੀਚਰ ਸ਼ਾਇਦ ਆਏ ਹੋਏ ਨੇ, ਜੀ ਆਇਆਂ ਨੂੰ ਭੈਣ ਜੀ। ਤੇ ਆਪਾਂ ਉਹਨਾਂ ਕੋਲੋਂ ਵੀ ਕੁਝ ਸਿੱਖਣਾ ਹੈ। ਆਪਾਂ ਸਿੱਖ ਹੁੰਦੇ ਹੀ ਤਾਂ ਵਾਂ, ਸਿੱਖਣ ਵਾਲੇ ਹਾਂ ਅਸੀਂ, ਜੋ ਵੀ ਕੋਈ ਸਿਖਾਉਣਾ ਚਾਹੇ ਆਪਾਂ ਸਿੱਖਣ ਲਈ ਰਾਜੀ ਹਾਂ। ਸੋ ਆਓ ਹੁਣ ਅਸੀਂ ਪੌੜੀ ਨੂੰ ਸਮਝ ਲਈਏ ਤੇ ਫਿਰ ਆਪਾਂ ਇਹਨੂੰ ਸੰਖੇਪ ਵਿੱਚ ਸਮਝ ਲੈਂਦੇ ਹਾਂ। ਇਹਦੇ ਵਿੱਚ ਵੈਸੇ ਜਿਹੜਾ ਸਿਧਾਂਤਕ ਪਹਿਲੂ ਹੈ ਉਹ ਬੜਾ ਲੰਮਾ ਚੌੜਾ ਹੈ, ਉਹ ਤੁਸੀਂ ਆਪ ਸਮਝਣ ਦੀ ਕੋਸ਼ਿਸ਼ ਕਰਨਾ ਕਿ ਅੱਜ ਸਾਇੰਸ ਦੇ ਵਿੱਚ ਬੜਾ ਜ਼ੋਰ ਸ਼ੋਰ ਲੱਗਿਆ ਹੋਇਆ ਕਿ ਸ੍ਰਿਸ਼ਟੀ ਕਿਵੇਂ ਰਚਨਾ ਕੀਤੀ ਗਈ ਹੈ, ਇਹ ਕੁਦਰਤ ਬਣੀ ਕਿਵੇਂ ਆ, ਇਹ ਵਾਹਿਗੁਰੂ ਜੀ ਨੇ ਇੰਨੀਆਂ ਕਰੋੜਾਂ ਧਰਤੀਆਂ, ਕਰੋੜਾਂ ਚੰਦ, ਕਰੋੜਾਂ ਸੂਰਜ, ਕਰੋੜਾਂ ਸਿਤਾਰੇ ਬਣਾ ਕਿਵੇਂ ਦਿੱਤੇ ਨੇ। ਤੇ ਉਹ ਬਿਗ ਬੈਂਗ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਕਿ ਉਹ ਇੱਕ ਧਮਾਕਾ ਹੋਇਆ ਤੇ ਸਭ ਬਣ ਗਿਆ। ਭਈ ਉਹ ਧਮਾਕਾ ਕਿਉਂ ਹੋਇਆ, ਉਹਦੇ ਪਿੱਛੇ ਵੀ ਕੁਝ ਹੋਏਗਾ ਹੋਰ। ਉਹ ਕਿਉਂ ਹੋਇਆ, ਉਹਦੇ ਪਿੱਛੇ ਹੋਰ ਕੋਈ ਕਾਰਨ ਹੋਏਗਾ। ਉਹ ਕਿਉਂ ਹੋਇਆ, ਉਹਦੇ ਪਿੱਛੇ ਕੋਈ ਹੋਰ ਕਾਰਨ ਹੋਏਗਾ। ਇਸ ਤਰ੍ਹਾਂ ਅਸੀਂ ਖੋਜਦੇ ਜਾਈਏ ਤੇ ਅਸੀਂ ਇੰਨੇ ਪਿੱਛੇ ਚਲੇ ਜਾਈਏ ਤੇ ਫਿਰ ਅੰਤ ਫਿਰ ਵੀ ਨਹੀਂ ਲੱਭਣ ਵਾਲਾ।
ਸਾਨੂੰ ਜਾਣਾ ਚਾਹੀਦਾ ਹੈ, ਖੋਜ ਕਰਨੀ ਚਾਹੀਦੀ ਹੈ। ਖੋਜ ਸਾਨੂੰ ਅੱਗੇ ਵਧਾਉਂਦੀ ਹੈ। ਖੋਜ ਨਾਲ ਸਾਨੂੰ ਕਿੰਨੀਆਂ ਸਹੂਲਤਾਂ ਮਿਲੀਆਂ ਨੇ। ਖੋਜ ਮਾੜੀ ਨਹੀਂ, ਪਰ ਜੇ ਕਿਤੇ ਮਨੁੱਖ ਅੰਦਰ ਦੀ ਖੋਜ ਵੀ ਇੰਨੀ ਕੁ ਕਰ ਲਵੇ ਜਿੰਨੀ ਇਹਨੇ ਬਾਹਰੋਂ ਕਰ ਲਈਏ, ਤੇ ਸੁਖੀ ਤੇ ਸ਼ਾਂਤ ਹੋ ਸਕਦਾ ਹੈ। ਜੇ ਇਹਨੇ ਅੰਦਰੋਂ ਖੋਜ ਨਾ ਕੀਤੀ, ਕੇਵਲ ਬਾਹਰੋਂ ਖੋਜ ਕਰਦਾ ਹੋਇਆ ਭਾਵੇਂ ਮਾਰਸ ਤੋਂ ਵੀ ਅੱਗੇ ਚਲਾ ਜਾਏ, ਪਰ ਇਹ ਸ਼ਾਂਤ ਨਹੀਂ ਹੋ ਪਾਏਗਾ। ਇਹਨੂੰ ਸੁੱਖ ਸੁਵਿਧਾਵਾਂ ਮਿਲਣਗੀਆਂ, ਹੋਰ ਮਿਲਣਗੀਆਂ। ਅੱਗੇ ਅਸੀਂ ਮਹੀਨਿਆਂ ਤੱਕ ਉਡੀਕਦੇ ਰਹਿੰਦੇ ਸਾਂ ਵੀ ਅਮਰੀਕਾ ਤੋਂ ਫੋਨ ਕਰਨਾ ਇੰਡੀਆ, ਤੇ ਉਹ ਕਾਲ ਬੁੱਕ ਕਰਾਓ ਜੀ, ਚਿੱਠੀ ਲਿਖੋ ਜੀ, ਉਹ ਲੈਟਰ ਭੇਜਣਾ ਹੈ ਜੀ, ਮਹੀਨਾ ਮਹੀਨਾ ਉਡੀਕਦੇ ਰਹਿੰਦਾ ਸੀ। ਹੁਣ 1 ਸੈਕਿੰਡ ਵੀ ਨਹੀਂ ਲੱਗਦਾ। ਜਿਵੇਂ ਤੁਸੀਂ ਉਸ ਜਿਹਨੂੰ ਕਾਲ ਕਰ ਰਹੇ ਹੋ ਉਹਦੇ ਕੋਲ ਹੀ ਬੈਠੇ ਹੋਏ ਹੋ, ਇੱਕਦਮ ਤੁਸੀਂ ਗੱਲ ਕਰਦੇ ਹੋ। ਇਹਦੀਆਂ ਸਹੂਲਤਾਂ ਨੇ, ਖੋਜ ਦੀ ਗੱਲ ਏ। ਸਾਇੰਸ ਨੇ ਸਾਨੂੰ ਕਿੱਥੇ ਤੱਕ ਪਹੁੰਚਾ ਦਿੱਤਾ ਹੈ। ਇਹ ਬਹੁਤ ਲਾਹੇਵੰਦੀਆਂ ਚੀਜ਼ਾਂ ਨੇ, ਪਰ ਇਹਨਾਂ ਵਿੱਚ ਸੁੱਖ ਨਹੀਂ ਹੈ, ਸਦੀਵੀ ਸੁੱਖ ਨਹੀਂ ਹੈ। ਸੁੱਖ ਹੈ ਪਰ ਉਹ ਥੋੜੇ ਜਿਹੇ ਚਿਰ ਦਾ ਹੈ। ਸਦੀਵੀ ਸੁੱਖ ਸਾਨੂੰ ਉਦੋਂ ਮਿਲੇਗਾ ਜਿਸ ਦਿਨ ਅਸੀਂ ਅੰਦਰ ਦੀ ਖੋਜ ਜਾਰੀ ਕਰਾਂਗੇ। ਅੰਦਰ ਦੀ ਖੋਜ ਹੋਣੀ ਕਿਵੇਂ ਆ? ਉਹ ਗੱਲਾਂ ਨਾਲ ਨਹੀਂ ਹੋਣੀ, ਉਹ ਬੋਲਿਆ ਨਹੀਂ ਹੋਣੀ, ਉਹ ਪੜ੍ਹਿਆ ਨਹੀਂ ਹੋਣੀ, ਉਹ ਸੁਣਿਆ ਨਹੀਂ ਹੋਣੀ। ਅੰਦਰ ਦੀ ਖੋਜ ਹੋਣੀ ਹੈ ਚੁੱਪ ਕੀਤਿਆਂ। ਚੁੱਪ ਕਰਨ ਨੂੰ ਅਸੀਂ ਰਾਜੀ ਨਹੀਂ ਹਾਂ, ਨਾ ਮੈਂ ਰਾਜੀ ਹਾਂ, ਨਾ ਤੁਸੀਂ ਰਾਜੀ ਹੋ, ਕੋਈ ਵੀ ਰਾਜੀ ਨਹੀਂ। ਪਸ਼ੂ ਪੰਛੀ ਚੁੱਪ ਕਰਨ ਲਈ ਕੋਈ ਨਹੀਂ ਰਾਜੀ, ਸਭ ਬੋਲੀ ਜਾ ਰਹੇ ਨੇ, ਲਗਾਤਾਰ ਬੋਲੀ ਜਾ ਰਹੇ ਨੇ। ਮੈਨੂੰ ਤੁਸੀਂ ਮੂੰਹੋਂ ਚੁੱਪ ਕਰਾ ਦਿਓ, ਮੈਂ ਅੰਦਰੋਂ ਬੋਲੀ ਜਾਣਾ, ਮੈਂ ਚੁੱਪ ਫਿਰ ਵੀ ਨਹੀਂ ਕਰਨਾ। ਉਹੀ ਹਾਲ ਤੁਹਾਡਾ, ਸਾਡਾ, ਸਾਰਿਆਂ ਦਾ। ਅਸੀਂ ਚੁੱਪ ਕਰਨ ਨੂੰ ਰਾਜੀ ਨਹੀਂ ਹਾਂ, ਤੇ ਜਿੰਨਾ ਚਿਰ ਚੁੱਪ ਨਹੀਂ ਕਰਦੇ ਉਹਨਾਂ ਚਿਰ ਸਮਝ ਨਹੀਂ ਪਾਉਂਦੇ ਕਿ ਤੁਸੀਂ ਕੌਣ ਹੋ ਜਾਂ ਮੈਂ ਕੌਣ ਹਾਂ। ਇਹ ਸਮਝ ਨਹੀਂ ਆਉਣੀ ਜਿੰਨਾ ਚਿਰ ਅਸੀਂ ਚੁੱਪ ਨਹੀਂ ਕਰਾਂਗੇ। ਸੋ ਚੁੱਪ ਕਰਨਾ ਅਧਿਆਤਮਿਕ ਲੋਕਾਂ ਦੇ ਵਾਸਤੇ ਅਤ ਜ਼ਰੂਰੀ ਹੈ। ਚੁੱਪ ਕਰਨਾ ਅਤ ਜ਼ਰੂਰੀ ਹੈ। ਜਿੰਨਾ ਚਿਰ ਚੁੱਪ ਨਹੀਂ ਕਰਾਂਗੇ ਉਹਨਾਂ ਚਿਰ ਅਸੀਂ ਦੂਜੇ ਨੂੰ ਸੁਣ ਨਹੀਂ ਸਕਾਂਗੇ। ਜਿੰਨਾ ਚਿਰ ਦੂਜੇ ਨੂੰ ਸੁਣ ਨਹੀਂ ਸਕਾਂਗੇ, ਸਮਝ ਨਹੀਂ ਆਏਗੀ, ਅਸੀਂ ਆਪਣੇ ਗਿਆਨ ਨੂੰ ਹੀ ਘੋਟੀ ਜਾਵਾਂਗੇ। ਸੋ ਚੁੱਪ ਕਰਾਂਗੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਪੜ੍ਹਿਆ ਹੋਇਆ ਕਿ ਪ੍ਰਮਾਤਮਾ ਸਾਡੇ ਅੰਦਰ ਹੈ, ਮੈਨੂੰ ਪੜ੍ਹਿਆ ਹੋਇਆ, ਮੈਨੂੰ ਪਤਾ ਨਹੀਂ ਵੈਸੇ। ਚੁੱਪ ਕਰਾਂਗੇ ਤੇ ਅੰਦਰਲੇ ਪ੍ਰਮਾਤਮਾ ਨੂੰ ਸੁਣ ਪਾਵਾਂਗੇ। ਜੇ ਚੁੱਪ ਨਹੀਂ ਕਰਾਂਗੇ ਤੇ ਅੰਦਰ ਬੈਠਾ ਪ੍ਰਮਾਤਮਾ ਲੱਖ ਬੋਲੀ ਜਾਂ ਸਾਨੂੰ ਸੁਣਾਈ ਨਹੀਂ ਦੇਵੇਗਾ। ਗੁਰੂ ਸਾਹਿਬ ਨੇ ਇੱਕ ਲਾਈਨ ਲਿਖੀ ਹੈ, ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਅਸੀਂ ਸਾਰੀ ਜ਼ਿੰਦਗੀ ਉਸ ਹਉਮੈ ਦੇ ਸ਼ੋਰ ਸ਼ਰਾਬੇ ਵਿੱਚ ਗਵਾ ਕੇ ਚਲੇ ਜਾਂਦੇ ਆ। ਉਹ ਸ਼ੋਰ ਸ਼ਰਾਬੇ 'ਚ ਅੰਦਰ ਕੋਈ ਸੀ ਬੋਲਣ ਵਾਲਾ, ਅੰਦਰ ਸੀ ਕੋਈ ਸਾਨੂੰ ਰਾਹ ਵਿਖਾਉਣ ਵਾਲਾ, ਉਹਦੀ ਅਸੀਂ ਗੱਲ ਸੁਣੀ ਹੀ ਨਹੀਂ। ਉਹ ਗੱਲ ਉਦੋਂ ਸੁਣੀ ਜਾਏਗੀ ਜਦੋਂ ਚੁੱਪ ਕਰ ਜਾਵਾਂਗੇ, ਜਦੋਂ ਸ਼ੋਰ ਮੁੱਕੇਗਾ, ਜਦੋਂ ਰੌਲਾ ਖਲੋ ਜਾਏਗਾ। ਅਸੀਂ ਦਰਵਾਜ਼ਾ ਕਿਉਂ ਬੰਦ ਕੀਤਾ? ਬਾਹਰੋਂ ਆਵਾਜ਼ ਆ ਰਹੀ ਸੀ, ਤੇ ਦਰਵਾਜ਼ਾ ਇਸ ਲਈ ਬੰਦ ਕੀਤਾ ਕਿ ਬਾਹਰੋਂ ਆਵਾਜ਼ ਜੇ ਆਉਂਦੀ ਰਹੀ ਤੇ ਸਾਡੀ ਆਵਾਜ਼ ਇੱਕ ਦੂਜੇ ਨੂੰ ਸੁਣਾਈ ਨਹੀਂ ਦੇਵੇਗੀ। ਸਾਡੇ ਸਰੀਰ ਨੂੰ ਕਿੰਨੇ ਦਰਵਾਜ਼ੇ ਨੇ, ਅਸੀਂ ਕਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਬੰਦ ਕਰਕੇ ਵੇਖੀਏ ਤਾਂ ਕਿ ਅੰਦਰ ਕੋਈ ਬੋਲ ਰਿਹਾ ਉਹਨੂੰ ਸੁਣੀਏ ਤਾਂ ਸਹੀ। ਅਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਆਪਣੇ ਦਰਵਾਜ਼ੇ ਬੰਦ ਕਰੀਏ। ਜਿਹੜਾ ਬਾਹਰੋਂ ਰੌਲਾ ਮੱਚਿਆ ਹੋਇਆ ਸ਼ੋਰ ਸਾਡੇ ਅੰਦਰ ਗੰਦ ਭਰੀ ਜਾ ਰਿਹਾ ਹੈ, ਇਹ ਪ੍ਰਦੂਸ਼ਣ ਹੈ, ਸਾਊਂਡ ਪ੍ਰਦੂਸ਼ਣ ਇਸ ਨੂੰ ਆਖਦੇ ਨੇ, ਆਵਾਜ਼ ਦਾ ਪ੍ਰਦੂਸ਼ਣ। ਇਸ ਖਲਾ ਦੇ ਵਿੱਚ ਇੰਨੀ ਆਵਾਜ਼ ਭਰ ਚੁੱਕੀ ਹੈ ਕਿ ਤੁਹਾਨੂੰ ਬਾਹਰ ਇਕੱਲੇ ਬਹਿ ਜਾਓ ਸ਼ਾਂਤੀ ਨਹੀਂ ਮਿਲਦੀ। ਕੀ ਸ਼ੋਰ ਮੱਚਿਆ ਹੋਇਆ ਇਸ ਪੂਰੇ ਖਲਾ ਵਿੱਚ। ਇਸ ਮਨੁੱਖ ਨੇ ਉੱਚੀ ਉੱਚੀ ਆਵਾਜ਼ਾਂ, ਸਪੀਕਰ, ਗੱਡੀਆਂ, ਮੋਟਰਾਂ, ਬੰਮ ਧਮਾਕੇ ਕਰ ਕਰਕੇ ਖਲਾ ਦਾ ਸੱਤਿਆਨਾਸ਼ ਮਾਰ ਦਿੱਤਾ। ਪੁਰਾਣੇ ਸਮੇਂ ਵਿੱਚ ਲੋਕ ਸ਼ਾਂਤ ਕਿਉਂ ਸਨ? ਉਹਦਾ ਇੱਕ ਇਹ ਕਾਰਨ ਹੈ ਕਿ ਆਹ ਸ਼ੋਰ ਸ਼ਰਾਬਾ ਉਦੋਂ ਨਹੀਂ ਸੀ, ਇੰਨੀ ਵਿਚਾਰਧਾਰਾ ਅੰਦਰ ਪੈਦਾ ਹੀ ਨਹੀਂ ਸੀ ਹੁੰਦੀ ਬੰਦੇ ਦੇ, ਕਿਉਂਕਿ ਆਹ ਸਭ ਕੁਝ ਸੁਣਿਆ ਵੇਖਿਆ ਹੀ ਨਹੀਂ। ਤੇ ਜਿਹੜੀ ਚੀਜ਼ ਅਸੀਂ ਸੁਣੀ ਵੇਖੀ ਨਹੀਂ ਹੁੰਦੀ ਉਹਦੇ ਬਾਰੇ ਸਾਡੇ ਅੰਦਰ ਕੋਈ ਵਿਚਾਰ ਨਹੀਂ ਪੈਦਾ ਹੁੰਦਾ। ਅਸੀਂ ਹੁਣੇ ਸੁਣਿਆ ਕਿ ਉੱਥੇ ਪੰਜਾਬ ਵਿੱਚ, ਯੂਪੀ ਸਟੇਟ ਵਿੱਚ, ਜਿੱਥੇ ਉਹ ਹੈਗਾ ਹੇਮਕੁੰਡ, ਉੱਥੇ ਕਰਕੇ ਫਲੱਡ ਆਇਆ ਤੇ ਇੰਨਾ ਨੁਕਸਾਨ ਹੋਇਆ, ਤੇ ਸਾਡੇ ਅੰਦਰ ਸੋਚ ਪੈਦਾ ਹੋ ਗਈ ਉੱਥੇ ਮੇਰੀ ਭੈਣ ਗਈ ਸੀ, ਮੇਰਾ ਭਰਾ ਗਿਆ ਸੀ, ਉਹ ਪੁਲ ਟੁੱਟ ਗਿਆ, ਕਿੰਨਾ ਕੁਝ ਪੈਦਾ ਹੋ ਗਿਆ ਨਾ। ਕਿਸੇ ਆਖਿਆ ਗੁਰੂ ਗ੍ਰੰਥ ਸਾਹਿਬ ਰੁੜ ਗਏ, ਕਿਸੇ ਆਖਿਆ 150 ਲੋਕ ਰੁੜ ਗਏ। ਸਾਡੇ ਅੰਦਰ ਉਹ ਫੁਰਨੇ ਸ਼ੁਰੂ ਹੋ ਗਏ ਉੱਠਣੇ। ਪਰ ਜਦੋਂ ਇਹ ਸੁਣਿਆ ਨਹੀਂ ਸੀ, ਭਾਵੇਂ ਉਹ ਘਟਨਾ ਵਾਪਰ ਗਈ ਸੀ, ਪਰ ਸਾਡੇ ਅੰਦਰ ਕੋਈ ਫੁਰਨਾ ਨਹੀਂ ਸੀ ਪੈਦਾ ਹੋਇਆ। ਬਿਲਕੁਲ ਇਸੇ ਤਰ੍ਹਾਂ ਬਿਲਕੁਲ ਇਹੀ ਗੱਲ ਏ, ਉਲਟ ਜੋਰ ਨਾ ਆਵੇ। ਤੇ ਕਦੋਂ ਹੋਏਗਾ?
ਜਦੋਂ ਅਸੀਂ ਬਾਹਰੋਂ ਸੁਣਨੋਂ ਬੰਦ ਕਰਾਂਗੇ। ਹੁਣ ਸਭ ਤੋਂ ਪਹਿਲਾਂ ਅਸੀਂ ਉੱਠਦੇ ਹਾਂ, ਅਖਬਾਰ ਫੜਦੇ ਹਾਂ। ਅਖਬਾਰ ਮੈਂ ਨਹੀਂ ਕਹਿੰਦਾ ਕਿ ਉਹ ਝੂਠਾ ਹੈ, ਪਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਹੈ ਕਿ 50% ਤੇ ਝੂਠਾ ਹੁੰਦਾ ਹੀ ਹੈ। ਆ ਜਿੰਨੀਆਂ ਅਖਬਾਰਾਂ ਸਾਡੇ ਕੋਲ ਇੱਥੇ ਪਈਆਂ ਹੁੰਦੀਆਂ ਨੇ, ਇਹਨਾਂ ਦੇ ਵਿੱਚ 50% ਤੋਂ ਵੱਧ ਝੂਠ ਬੋਲਿਆ ਹੁੰਦਾ ਹੈ। ਇੱਕ ਦੂਜੇ ਉੱਤੇ ਮਿੱਟੀ ਉਛਾਲੀ ਹੁੰਦੀ ਹੈ, ਚਿੱਕੜ ਸੁੱਟਿਆ ਹੁੰਦਾ ਹੈ, ਬਿਨਾਂ ਵਜ੍ਹਾ ਤੋਂ ਲੋਕਾਂ ਦੀ ਨਿੰਦਿਆ ਕੀਤੀ ਹੁੰਦੀ ਹੈ। ਅਸੀਂ ਉੱਠਦਿਆਂ ਸਾਰ ਉਹਨੂੰ ਫੜਦੇ ਹਾਂ। ਹੁਣ ਸਾਰਾ ਦਿਨ ਤੁਸੀਂ ਆਖੋ ਮੈਂ ਸ਼ਾਂਤ ਹੋ ਜਾਂ, ਕਿਵੇਂ ਹੋ ਜਾਓਗੇ? ਸਵੇਰੇ ਉੱਠਦਿਆਂ ਜਿਹੜੀ ਚੀਜ਼ ਅੰਦਰ ਪਾਈ, ਚਾਹ ਦਾ ਕੱਪ ਨਹੀਂ ਪਾਇਆ, ਅਸੀਂ ਨਾਲ ਆ ਕਬਾੜ ਅੰਦਰ ਪਾ ਲਿਆ। ਉਹ ਸਾਨੂੰ ਹੁਣ ਸ਼ਾਂਤ ਪੂਰਾ ਦਿਨ ਨਹੀਂ ਹੋਣ ਦੇਵੇਗਾ। ਰਾਤ ਸੁੱਤਿਆਂ ਸੁਪਨੇ ਵੀ ਉਹਦੇ ਆਉਣਗੇ। ਸਵੇਰੇ ਤੱਕ ਜੇ ਥੋੜੀ ਬਾਲੀ ਥੋੜਾ ਅੰਦਰੋਂ ਕਲੀਨ ਹੁੰਦਾ ਹੈ, ਅਗਲੇ ਦਿਨ ਫਿਰ ਅਖਬਾਰ ਬੂਹੇ ਤੇ ਪਈ ਹੁੰਦੀ ਹੈ, ਫਿਰ ਫੜ ਲੈਂਦੇ। ਫਿਰ ਕਿਵੇਂ ਸ਼ਾਂਤ ਹੋਏਗਾ ਇਹ ਬੰਦਾ? ਸ਼ਾਂਤ ਹੋਣ ਦਾ ਇਹਨੇ ਜ਼ਰੀਆ ਹੀ ਨਹੀਂ ਅਪਣਾਇਆ। ਇਹਨੇ ਜ਼ਰੀਏ ਉਹ ਅਪਣਾ ਲਏ ਨੇ ਜਿਨ੍ਹਾਂ ਨੇ ਇਹਨੂੰ ਅਸ਼ਾਂਤ ਕਰਨਾ ਸੀ। ਕਰ ਉਹ ਕੰਮ ਰਿਹਾ ਹੈ ਅਸ਼ਾਂਤੀ ਵਾਲੇ, ਤੇ ਲੱਭ ਰਿਹਾ ਸ਼ਾਂਤੀ, ਇਹ ਕੋਈ ਨਹੀਂ ਮਿਲਣ ਵਾਲੀ। ਇਹਦਾ ਤਰੀਕਾ ਗੁਰੂ ਨਾਨਕ ਸਾਹਿਬ ਦੱਸਦੇ ਨੇ ਕਿ ਤੁਸੀਂ ਅਸ਼ਾਂਤ ਨਾ ਹੋਵੋ, ਖੋਜ ਕਰੋ, ਬੜੀ ਚੰਗੀ ਗੱਲ ਏ। ਸੁੱਖ ਸੁਵਿਧਾਵਾਂ ਪ੍ਰਾਪਤ ਕਰੋ, ਬੜੀ ਚੰਗੀ ਗੱਲ ਏ, ਪਰ ਤੁਸੀਂ ਇਸ ਪਸਾਰੇ ਦੇ ਅੰਤ ਨੂੰ ਨਹੀਂ ਲੱਭ ਪਾਓਗੇ। ਇਹਦੇ ਉੱਤੇ ਇੰਨਾ ਜ਼ਿਆਦਾ ਵੀ ਆਪਣਾ ਸਾਰਾ ਦਾ ਸਾਰਾ એનર્ਜੀ ਵੇਸਟ ਨਹੀਂ ਕਰੋ। ਆਪ ਹੀ ਨੇ ਆਪ ਸਾਜਿਓ। ਗੁਰੂ ਸਾਹਿਬ ਕਹਿੰਦੇ ਨੇ ਹੁਣ ਦੱਸੋ ਕੀ ਲੱਭਣ ਦੀ ਲੋੜ ਰਹਿ ਗਈ ਤੁਹਾਨੂੰ? ਬਾਕੀ ਵੀ ਪਰਮਾਤਮਾ ਨੇ ਆਪਣੇ ਆਪ ਹੀ ਇਸ ਰਚਨਾ ਨੂੰ ਰਚਿਆ। ਤੁਸੀਂ ਇਹਦੇ ਵਿੱਚੋਂ ਸੁੱਖ ਲੱਭੋ, ਇਹਦੇ ਵਿੱਚੋਂ ਸ਼ਾਂਤੀ ਲੱਭੋ, ਇਹਦੇ ਵਿੱਚੋਂ ਟਿਕਾ ਲੱਭੋ, ਇਹਦੇ ਨਾਲ ਜੁੜਨਾ ਸਿੱਖੋ। ਕੁਦਰਤ ਨਾਲ ਜੁੜੋਗੇ, ਕਾਦਰ ਨਾਲ ਜੁੜੋਗੇ। ਅੱਗੇ ਅਸੀਂ ਪੜਾਂਗੇ ਕਿ ਪਰਮਾਤਮਾ ਕਿਵੇਂ ਇਹਦੇ ਵਿੱਚ ਸਮਾਇਆ ਹੋਇਆ ਹੈ। ਸੋ ਆਪੀ ਨੇ, ਉਸ ਪਰਮਾਤਮਾ ਨੇ ਆਪਣੇ ਆਪ ਸਾਜਿਓ। ਉਹਨੇ ਆਪਣੇ ਆਪੇ ਦੀ ਸਿਰਜਣਾ ਕੀਤੀ ਹੈ, ਤੇ ਆਪਣੇ ਆਪ ਦੀ ਸਿਰਜਣਾ ਕੀ ਹੈ? ਉਹ ਨਿਰਗੁਣ ਤੋਂ ਸਰਗੁਣ ਹੋਇਆ, ਹੋਰ ਕੁਝ ਨਹੀਂ ਹੋਇਆ। ਨਿਰਗੁਣ ਸੀ, ਜਿਹੜਾ ਸਾਨੂੰ ਅੱਖਾਂ ਨਾਲ ਨਜ਼ਰ ਨਹੀਂ ਸੀ ਆਉਂਦੀ, ਕੋਈ ਸ਼ਕਤੀ ਜੋ ਵੀ ਸੀ, ਉਹਨੇ ਆਪਣਾ ਸਰਗੁਣ ਰੂਪ ਧਾਰਨ ਕਰ ਲਿਆ, ਹੋਰ ਕੋਈ ਸਾਜਨਾ ਨਹੀਂ ਕੀਤੀ। ਬਸ ਇਹੀ ਸਾਜਨਾ ਕੀਤੀ ਹੈ, ਨਿਰਗੁਣ ਤੋਂ ਸਰਗੁਣ ਹੋ ਗਿਆ। ਆਪੀ ਨੇ ਰਚਿਓ ਨਾਉ। ਨਾਮ ਦੇ ਅਰਥ ਬਹੁਤ ਸਾਰੇ ਹੁੰਦੇ ਨੇ। ਨਾਮ ਦੇ ਅਰਥ ਵਡਿਆਈ ਨੇ, ਨਾਮ ਦੇ ਅਰਥ ਨਾਮ ਹਨ ਜੋ ਸਾਡੇ ਤੁਹਾਡੇ ਸਾਰਿਆਂ ਦੇ ਹੈਗੇ ਨੇ। ਨਾਮ ਦੇ ਅਰਥ ਪਰਮਾਤਮਾ ਦਾ ਨਾਮ ਹੈ। ਨਾਮ ਦੇ ਅਰਥ ਹੁਕਮ ਹੈ, ਰੱਬੀ ਹੁਕਮ। ਨਾਮ ਦੇ ਅਰਥ ਭਾਣਾ ਨੇ। ਨਾਮ ਦੇ ਅਰਥ ਕ੍ਰੀਏਟਰ ਨੇ, ਕਰਤਾ ਪੁਰਖ ਨੇ। ਸੋ ਨਾਮ ਦੇ ਬਹੁਤ ਸਾਰੇ ਅਰਥ ਨੇ। ਇਸ ਜਗ੍ਹਾ ਤੇ ਰਚਨਾ ਦੀ ਗੱਲ ਹੋ ਰਹੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਆਪ ਹੀ ਉਹ ਹੁਕਮ ਪੈਦਾ ਕੀਤਾ ਜਿਸ ਹੁਕਮ ਦੇ ਨਾਲ ਇਹ ਪੂਰੇ ਬ੍ਰਹਿਮੰਡੀ ਰਚਨਾ ਦਾ ਪਸਾਰਾ ਉਸ ਮਾਲਕ ਦੇ ਉਸ ਹੁਕਮ ਦੁਆਰਾ ਪਸਰ ਗਿਆ। ਹੁਣ ਕੀ ਕੀਤਾ? ਦੂਈ ਕੁਦਰਤ ਸਾਜੀ ਹੈ। ਇੱਕ ਤੇ ਉਹਨੇ ਆਪਣੇ ਆਪ ਦੀ ਸਾਜਨਾ ਕੀਤੀ, ਨਿਰਗੁਣ ਤੋਂ ਸਰਗੁਣ ਹੋਇਆ। ਸਰਗੁਣ ਵਿੱਚ ਕੀ ਬਣਿਆ? ਜਦੋਂ ਉਹਨੇ ਸਰਗੁਣ ਸਰੂਪ ਧਾਰਨ ਕੀਤਾ ਤੇ ਦੂਸਰੀ ਕੁਦਰਤ ਪੈਦਾ ਹੋ ਗਈ। ਕੁਦਰਤ ਵਿੱਚ ਫਿਰ ਉਹਨੇ ਸਾਰਾ ਮਿੱਟੀ ਘੱਟਾ, ਸਭ ਬ੍ਰਹਿਮੰਡ, ਚੰਦ ਸਿਤਾਰੇ, ਪੱਥਰ, ਹਰ ਚੀਜ਼ ਆ ਜਾਏਗੀ। ਇਹਦੇ ਚੋਂ ਕੁਝ ਵੀ ਬਾਕੀ ਪਿੱਛੇ ਨਹੀਂ ਰਹੇਗਾ। ਇਹ ਕੁਦਰਤ, ਉਸ ਨੂੰ ਗੁਰੂ ਨਾਨਕ ਸਾਹਿਬ ਆਖਦੇ ਨੇ। ਦੂਸਰੀ, ਉਸ ਮਾਲਕ ਨੇ ਕੁਦਰਤ ਨੂੰ ਸਾਜ ਦਿੱਤਾ, ਤੇ ਫਿਰ ਕੀ ਕੁਦਰਤ ਨੂੰ ਸਾਜ ਕੇ ਉਹ ਕਿਤੇ ਚਲਾ ਗਿਆ ਵੱਖਰਾ, ਕਿਤੇ 7ਵੇਂ ਆਕਾਸ਼ ਵਿੱਚ ਜਾ ਬੈਠਾ, ਜਾਂ ਕਿਸੇ ਵੱਖਰੀ ਦਿਸ਼ਾ ਵਿੱਚ ਜਾ ਕੇ ਉਹਨੇ ਆਪਣਾ ਘਰ ਬਣਾਇਆ। ਜਿਵੇਂ ਸਿੱਖਾਂ ਨੇ ਵੀ ਸੋਚ ਲਿਆ ਕਿ ਉਹ ਸੱਚਖੰਡ ਵਿੱਚ ਵੱਸਦਾ ਹੈ। ਮੈਂ ਨਾ ਸਿੱਖਾਂ ਨੇ ਬਾਣੀ ਪੜ੍ਹੀ ਹੀ ਨਹੀਂ। ਇਹ ਬੜੀ ਟ੍ਰੈਜਡੀ ਹੈ ਸਾਡੀ। ਜੇ ਅਸੀਂ ਬਾਣੀ ਪੜ੍ਹ ਲੈਂਦੇ, ਅਸੀਂ ਕਦੀ ਨਾ ਕਹਿੰਦੇ ਕਿ ਰੱਬ ਸੱਚਖੰਡ ਵਿੱਚ ਵੱਸਦਾ ਹੈ। ਰੱਬ ਇਸ ਪੂਰੇ ਬ੍ਰਹਿਮੰਡ ਵਿੱਚ ਵੱਸਦਾ ਹੈ। ਜਿਹਦੇ ਵਿੱਚ ਰੱਬ ਵੱਸਦਾ ਉਹ ਸੱਚਖੰਡ ਹੈ। ਇਹ ਪੂਰਾ ਬ੍ਰਹਿਮੰਡ ਸੱਚਖੰਡ ਹੈ। ਅਸੀਂ ਸਮਝਿਆ ਕਿ ਉਹ ਕਿਤੇ ਉੱਤੇ ਕਿਤੇ ਉਹਨੀ ਜਗ੍ਹਾ ਬਣਾਈ ਏ, ਤੇ ਉੱਥੇ ਉਹਨੇ ਆਪਣਾ ਇੱਕ ਵੱਖਰਾ ਖੰਡ ਸਥਾਪਿਤ ਕਰ ਲਿਆ, ਉੱਥੇ ਬੈਠਾ ਉਹ ਹੁਕਮ ਚਲਾ ਰਿਹਾ ਤੇ ਅਸੀਂ ਜੰਮ ਰਹੇ ਹਾਂ ਤੇ ਮਰ ਰਹੇ। ਐਸਾ ਕੁਝ ਨਹੀਂ ਹੈਗਾ। ਹੁਣ ਕੀ ਏ? ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ ਚਾਓ। ਅੱਗੇ ਆਪਾਂ ਨੇ ਪੜ੍ਹਨਾ ਹੈ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ। ਸੱਚਖੰਡ ਕਿਹੜਾ ਹੈ? ਇਹ ਪੂਰਾ ਬ੍ਰਹਿਮੰਡ ਸੱਚਖੰਡ ਹੈ, ਕਿਉਂਕਿ ਇਹਦੇ ਵਿੱਚ ਉਸ ਸੱਚੇ ਦਾ ਨਿਵਾਸ ਹੈ। ਸੱਚ ਪਲੱਸ ਖੰਡ, ਸੱਚੇ ਦਾ ਇਹਦੇ ਵਿੱਚ ਨਿਵਾਸ ਹੈ। ਸੱਚੇ ਦੀ ਇਹਦੇ ਵਿੱਚ ਅੰਸ਼ ਹੈ, ਖੰਡ ਹੈ ਉਹਦਾ ਇੱਕ ਹਿੱਸਾ ਹੈ ਸੱਚੇ ਦਾ, ਇਹ ਪੂਰੇ ਬ੍ਰਹਿਮੰਡ ਦੇ ਅੰਦਰ। ਇਸ ਲਈ ਇਹ ਸੱਚਖੰਡ ਹੈ। ਸੋ
दुई कुदरत साजिए कर आसन डिठो चाओ चाओ मैंने पसारा इस पसारे दे विच रह के इस दी संभाल कर रहा है, इस नूं वेख रहा है। दाता करता आप तू इस पूरी कुदरत दा करन वाला करता ਤੇ ਇਸ ਕੁਦਰਤ ਵਿੱਚ ਪੈਦਾ ਕੀਤੇ ਹੋਏ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਦਾਤਾ ਕਰਤਾ ਆਪ ਤੂੰ हे ਪ੍ਰਮਾਤਮਾ हे ਵਾਹਿਗੁਰੂ हे ਰਾਮ हे ਅੱਲਾ ਖੁਦਾ ਤੂੰ ਜੋ ਵੀ ਹੈ ਤੂੰ ਆਪ ਹੀ ਇਹਨਾਂ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਤੂੰ ਆਪ ਹੀ ਇਹਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਆ ਜੀਵਨ ਵੀ ਇੱਕ ਦਾਤ ਹੈ। ਇਹ ਦਾਤ ਵੀ ਸਾਨੂੰ ਉਸਨੇ ਦਿੱਤੀ ਹੈ। ਤੁਸ ਦੇਵਹਿ ਕਰਹਿ ਪਸਾਓ ਤੂੰ ਇਹਨਾਂ ਜੀਵਾਂ ਨੂੰ ਇਹ ਸਰੀਰ ਦਿੱਤਾ ਹੀ ਕਿਉਂ, ਇਹ ਜ਼ਿੰਦਗੀ ਦਿੱਤੀ ਹੀ ਕਿਉਂ। ਤੁਸ ਦੇਵੈ ਤੂੰ ਖੁਸ਼ ਹੋ ਕੇ ਦੇ ਦਿੱਤੀ ਹੈ। ਇਹ ਤੇਰੀ ਪ੍ਰਸੰਨਤਾ ਹੈ, ਤੇਰੀ ਰਹਿਮਤ ਹੈ। ਇਹ ਸਾਨੂੰ ਇੱਕ ਤੂੰ ਚਾਂਸ ਦਿੱਤਾ ਹੈ ਕਿ ਅਸੀਂ ਵਾਪਸ ਤੇਰੇ ਵਿੱਚ ਸਮਾ ਸਕੀਏ। ਅਸੀਂ ਤੇਰੇ ਵਿੱਚ ਇੱਕਮਿਕ ਹੋ ਕੇ ਇਹਨਾਂ ਦੁੱਖਾਂ ਸੁੱਖਾਂ ਤੋਂ ਆਪਣਾ ਖਹਿੜਾ ਛਡਾ ਕੇ ਤੇਰੇ ਵਿੱਚ ਫਿਰ ਤੇਰੇ ਵਰਗੇ ਹੀ ਬਣ ਸਕੀਏ, ਤੇਰੇ ਵਿੱਚ ਟਿਕ ਸਕੀਏ। ਪਸਾਓ ਮੈਨੇ ਕਿਰਪਾ ਤੁਸ ਦੇਵ ਹੈ ਕਰਹਿ ਪਸਾਓ ਤੂੰ ਆਪਣੀ ਕਿਰਪਾ ਕਰਦਾ ਹੈ ਜਦੋਂ ਤੂੰ ਸਾਡੇ ਤੇ ਪ੍ਰਸੰਨ ਹੁੰਦਾ, ਤੂੰ ਖੁਸ਼ ਹੋ ਕੇ ਸਾਨੂੰ ਇਹ ਦਾਤਾਂ ਦੇਣਾ ਹੈ। ਤੂੰ ਜਾਣੋਈ ਸਭ ਸਹਿ ਕੀ ਤੂੰ ਸਾਨੂੰ ਦਾਤਾਂ ਦੇ ਕੇ ਭੁੱਲ ਜਾਣਾ ਕਿ ਤੂੰ ਸਾਨੂੰ ਪੈਦਾ ਕੀਤਾ ਤੇ ਹੁਣ ਅਸੀਂ ਤੇਰੇ ਤੋਂ ਵੱਖਰੇ ਹੋ ਗਏ ਆ ਜਾਂ ਤੂੰ ਸਾਡੇ ਤੋਂ ਵੱਖਰਾ ਹੋ ਗਿਆ। ਨਹੀਂ, ਤੂੰ ਜਾਣੋਈ ਸਭ ਸਹਿ ਤੂੰ ਸਭਨਾਂ ਦੇ ਅੰਦਰ ਬੈਠਾ ਹੋਇਆ ਸਭਨਾਂ ਦੇ ਅੰਦਰ ਦੀ ਜਾਣਦਾ ਹੈ, ਤੈਨੂੰ ਦੱਸਣ ਦੀ ਕੋਈ ਲੋੜ ਨਹੀਂ। ਸਿੱਖ ਲੋਕ ਵੱਡੇ ਵੱਡੇ ਸਪੀਕਰ ਲਾ ਕੇ ਉਹਦੇ ਵਿੱਚ ਅਰਦਾਸਾਂ ਕਰ ਰਹੇ ਨੇ, ਵਾਹਿਗੁਰੂ ਆ ਕਰਦੇ ਵਾਹਿਗੁਰੂ ਉਹ ਕਰਦੇ। ਉਹ ਭਲਿਓ ਗੁਰਬਾਣੀ ਬਾਰ-ਬਾਰ ਕਹਿ ਰਹੀ ਹੈ, ਉਹ ਤੇਰੇ ਅੰਦਰ ਬੈਠਾ ਹੋਇਆ ਤੇਰੇ ਅੰਦਰ ਦੀ ਗੱਲ ਨੂੰ ਜਾਣਦਾ। ਤੂੰ ਅੰਦਰੋਂ ਹੀ ਕਹਿ ਦੇ ਤੂੰ ਜੋ ਕਹਿਣਾ ਚਾਹੁੰਦਾ ਉਹਨੂੰ, ਤੈਨੂੰ ਨਹੀਂ ਲੋੜ ਏ ਸ਼ੋਰ ਸ਼ਰਾਬਾ ਕਰਨ ਦੀ। ਦੁਨੀਆ ਦੇ ਲੋਕ ਕਰੀ ਜਾਂਦੇ ਜਿਨ੍ਹਾਂ ਕੋਲ ਇੰਨਾ ਵਧੀਆ ਸਿਧਾਂਤ ਹੈ ਹੀ ਨਹੀਂ, ਪਰ ਸਾਡੇ ਕੋਲ ਤੇ ਸੀ, ਅਸੀਂ ਵੀ ਉਹਦੀ ਕਦਰ ਨਹੀਂ ਪਾਈ, ਅਸੀਂ ਉਸ ਨੂੰ ਜਾਣਿਆ ਹੀ ਨਹੀਂ। ਪੈਸੇ ਦਾ ਪਸਾਰਾ ਹੈ ਸਾਰਾ, ਗੁਰਦੁਆਰੇ ਮੰਦਰ ਧਰਮ ਮਸਜਿਦਾਂ ਇਹ ਜੋ ਕੁਝ ਅਸੀਂ ਬਣਾਇਆ ਹੈ ਇਹ ਕੇਵਲ ਤੇ ਕੇਵਲ ਪੈਸੇ ਦਾ ਪਸਾਰਾ ਹੈ, ਇਸ ਤੋਂ ਵੱਧ ਘਾਟੇ ਕੁਛ ਨਹੀਂ ਹੈਗਾ। ਤੁਸੀਂ ਅੱਜ ਗੁਰਦੁਆਰਿਆਂ 'ਚ ਗੋਲਕ ਚੁੱਕਦੇ ਹੋ, ਟੋਟਲੀ ਲੜਾਈਆਂ ਖਤਮ ਹੋ ਜਾਣੀਆਂ ਨੇ। ਇੱਕ ਲੜਾਈ ਜੇ ਹੋ ਜਾਏ ਪੂਰੀ ਦੁਨੀਆ ਦੇ ਅੰਦਰ ਗੁਰਦੁਆਰੇ 'ਚ ਤੇ ਮੈਨੂੰ ਜੋ ਮਰਜ਼ੀ ਆਖਣਾ, ਸਿਰਫ ਗੋਲਕ ਚੁੱਕ ਦਿਓ ਇੱਥੋਂ। ਇਹ ਜਿੰਨੇ ਝਗੜੇ ਜਿੰਨਿਆਂ ਗੁਰੂ ਘਰਾਂ 'ਚ ਆਲ ਆਫ ਦਾ ਵਰਲਡ ਹੋ ਰਹੇ ਨੇ ਇਹ ਕੇਵਲ ਤੇ ਕੇਵਲ ਮਾਇਆ ਦੇ ਝਗੜੇ ਨੇ। ਯਾਨੀ ਕਿ ਇੱਕ ਕੁਐਸਚਨ ਕਿ ਇਹ ਜਿਹੜਾ ਐਵਰੀਡੇ ਸਿਸਟਮ ਹੈ ਜਿਹੜੇ ਦੇ ਗੋ ਮਤਲਬ ਪੈਸੇ ਤੋਂ ਬਿਨਾ ਕੋਈ ਸੰਸਥਾ ਚੱਲ ਨਹੀਂ ਨਾ ਸਕਦੀ। ਤੇ ਜੇ ਇੱਥੇ ਕੋਈ ਪੈਸਾ ਕਮਾਨ ਕਰਕੇ ਚਲਾ ਰਿਹਾ ਤੇ ਗਲਤ ਹੈ, ਪਰ ਹੁਣ ਪੈਸਾ ਜਿਹੜਾ ਆਰਗੇਨਾਈਜੇਸ਼ਨ ਨੂੰ ਚਲਾਉਣ ਲਈ ਚਾਹੀਦਾ ਉਹ ਉਹਨੂੰ ਕਿਵੇਂ ਚੁੱਕਦੀ ਹੈ? ਹਾਂਜੀ ਭੈਣ ਜੀ ਨੇ ਸ਼ੁਰੂ 'ਚ ਹੀ ਗੱਲ ਆਖੀ ਸੀ ਕਿ ਹਰ ਚੀਜ਼ ਦੇ ਦੋ ਪਹਿਲੂ ਨੇ, ਹਨਾ। ਲੋਭ ਤੇ ਸੰਤੋਖ ਦੀ ਅਸੀਂ ਗੱਲ ਕਰ ਰਹੇ ਸਾਂ। ਜਦੋਂ ਇਹ ਗੋਲਕ ਤੇ ਗੋਲਕ ਨੂੰ ਸੰਭਾਲਣ ਵਾਲੇ ਲੋਭ ਦਾ ਰੂਪ ਧਾਰਨ ਕਰ ਜਾਣਗੇ ਉਦੋਂ ਇਹੋ ਕੁਝ ਹੋਏਗਾ ਜੋ ਅੱਜ ਸਾਡੀ ਪੂਰੀ ਦੁਨੀਆ ਵਿੱਚ ਸਿੱਖ ਸਮਾਜ ਵਿੱਚ ਹੋ ਰਿਹਾ ਹੈ। ਜਿੱਦਣ ਇਹ ਸੰਤੋਖੀ ਹੋ ਕੇ ਕੰਮ ਕਰਨਗੇ, ਇਹੋ ਹੀ ਕੰਮ ਗੁਰੂ ਨਾਨਕ ਸਾਹਿਬ ਨੇ ਕੀਤਾ, ਇਹੋ ਹੀ ਕੰਮ ਗੁਰੂ ਰਾਮਦਾਸ ਸਾਹਿਬ ਨੇ ਜਦੋਂ ਦਰਬਾਰ ਸਾਹਿਬ ਸ਼ੁਰੂ ਕੀਤਾ ਕਰ ਦਿੱਤਾ। ਕੋਈ ਝਗੜਾ ਨਹੀਂ, ਕੋਈ ਮਾਮਲਾ ਨਹੀਂ। ਪ੍ਰਬੰਧਕਾਂ ਦੇ ਹੱਥ ਵਿੱਚ ਗੱਲ ਆ ਗਈ, ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਉੱਥੇ ਅੰਦਰ ਨਹੀਂ ਵੜਨ ਦਿੱਤਾ, ਸਿਰਫ ਪੈਸੇ ਕਰਕੇ। ਦੂਜੀ ਕੋਈ ਗੱਲ ਨਹੀਂ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਆ ਗਏ ਤੇ ਗੋਲਕ ਇਹਨਾਂ ਕੋਲ ਜਾਏਗੀ, ਸਾਡੇ ਕੋਲ ਥੋੜੀ ਆਏਗੀ ਫਿਰ। ਥੈਂਕ ਯੂ ਵੀਰ ਜੀ, ਤੁਸੀਂ ਉਹਨੂੰ ਕਲੀਅਰ ਕੀਤਾ ਤੇ ਆਓ ਆਪਾਂ ਥੋੜਾ ਜਿਹਾ ਹੀ ਰਹਿ ਗਿਆ ਉਹਨੂੰ ਖਤਮ ਕਰ ਲਈਏ। ਜਿਵੇਂ ਵਾਹਿਗੁਰੂ ਸਾਨੂੰ ਦਇਆ ਕਰਕੇ ਸਭ ਦੇ ਰਿਹਾ ਤੇ ਉਹ ਸਾਨੂੰ ਜਾਣਦਾ ਅੰਦਰੋਂ, ਅਸੀਂ ਜੋ ਵੀ ਹੈਗੇ ਆ। ਉਹ ਮੇਰੇ ਕੱਪੜਿਆਂ ਨਾਲ ਨਹੀਂ ਰੀਝਦਾ ਕਿ ਇਹਨੇ ਚੰਗੇ ਪਾਏ ਨੇ, ਧਾਰਮਿਕ ਬੰਦਾ, ਇਹਦੇ ਨਾਲ ਉਹਨੂੰ ਨਹੀਂ ਫਰਕ ਪੈਂਦਾ। ਬਹੁਤ ਲੋਕ ਦੁਨੀਆ ਵਿੱਚ ਧਾਰਮਿਕ ਹੋਏ ਨੇ ਜਿਨ੍ਹਾਂ ਨੇ ਕੱਪੜੇ ਉਤਾਰ ਹੀ ਦਿੱਤੇ ਸਨ, ਉਹਨਾਂ ਨੇ ਕੱਪੜੇ ਪਾਏ ਹੀ ਨਹੀਂ ਦੁਬਾਰਾ। ਬਹੁਤ ਲੋਕ ਹਰ ਤਰ੍ਹਾਂ ਦੇ ਤੁਹਾਨੂੰ ਇਸ ਦੁਨੀਆ ਵਿੱਚ ਮਿਲਣਗੇ, ਪਰ ਰੱਬ ਦੇ ਦਰ ਤੇ ਉਹ ਪ੍ਰਵਾਨ ਹੈ ਨਾ ਕੱਪੜਿਆਂ ਵਾਲਾ ਨਾ ਕੱਪੜਿਆਂ ਵਾਲਾ। ਸਿਰਫ ਜਿਹੜਾ ਜਿਹਦੇ ਜਿਸ ਮਨੁੱਖ ਦੇ ਵਿੱਚ ਚੰਗੇ ਗੁਣ ਆ ਗਏ ਨੇ, ਜਿਨ ਮਾਨਸ ਤੇ ਦੇਵ ਤੇ ਕੀਏ ਵਾਲੀ ਗੱਲ ਏ। ਜਿਹੜੇ ਲੋਕ ਦੈਵੀ ਗੁਣਾਂ ਦੇ ਧਾਰਨੀ ਹੋ ਜਾਂਦੇ ਨੇ ਉਹ ਪ੍ਰਵਾਨ ਨੇ ਵਾਹਿਗੁਰੂ ਜੀ ਦੇ ਘਰ ਵਿੱਚ ਤੇ ਦਰ ਵਿੱਚ। ਜਿਹੜੇ ਉਹ ਦੈਵੀ ਗੁਣਾਂ ਦੇ ਧਾਰਨੀ ਨਹੀਂ ਹੁੰਦੇ, ਚਾਹੇ ਉਹ ਆਪਣੇ ਆਪ ਨੂੰ ਸੰਤ ਅਖਵਾ ਰਿਹਾ ਹੈ, ਚਾਹੇ ਆਪਣੇ ਆਪ ਨੂੰ ਗਿਆਨੀ ਅਖਵਾ ਰਿਹਾ ਹੈ, ਅਗੇਨ ਚਾਹੇ ਆਪਣੇ ਆਪ ਨੂੰ ਪ੍ਰਬੰਧਕ ਅਖਵਾ ਰਿਹਾ ਹੈ,
ਉਹਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ। ਮੈਨੂੰ ਮਾਫ ਕਰਨਾ, ਮੈਂ ਕਿਸੇ ਇਸ ਤਰ੍ਹਾਂ ਕਿਸੇ ਇੱਕ ਇੰਡੀਵਿਜੂਅਲ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ। ਗੁਰਬਾਣੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਵਿਚਾਰਧਾਰਾ ਹੀ ਰਹੇਗੀ। ਠੀਕ ਹੈ, ਮੈਂ ਨਹੀਂ ਬੋਲਾਂਗਾ, ਕੋਈ ਹੋਰ ਬੋਲ ਦੇਗਾ ਜਾਂ ਕੋਈ ਵੀ ਨਾ ਬੋਲੇਗਾ ਤੇ ਉਹ ਰੁਮਾਲਿਆਂ 'ਚ ਲਪੇਟੀ ਰਹਿ ਜਾਏਗੀ, ਜਿਵੇਂ ਹੁਣ ਤੱਕ ਰਹੀ ਏ। 300 ਵਰੇ ਹੋ ਗਏ ਨੇ। ਜੇ ਕੋਈ ਇੱਕ ਬੰਦਾ ਬੋਲਣ ਦੀ ਹਿੰਮਤ ਕਰਦਾ ਏ, ਸਾਡਾ ਖਾਲਸਾ ਪੰਥ ਜਿਹਨੂੰ ਅਸੀਂ ਇੰਨਾ ਸਨਮਾਨ ਦਿੰਦੇ ਹਾਂ, ਉਸ ਬੰਦੇ ਨੂੰ ਪੰਥ 'ਚੋਂ ਛੇਕ ਦਿੰਦੇ ਨੇ। ਪ੍ਰੋਫੈਸਰ ਦਰਸ਼ਨ ਸਿੰਘ ਜੇ ਇੰਨਾ ਘਟੀਆ ਕਿਸਮ ਦਾ ਬੰਦਾ ਸੀ, ਉਹਨੂੰ ਅਕਾਲ ਤਖਤ ਦਾ ਜਥੇਦਾਰ ਕਿਉਂ ਬਣਾਇਆ ਗਿਆ ਸੀ? ਜੇ ਉਸ ਵਕਤ ਉਹ ਅਕਾਲ ਤਖਤ ਦਾ ਜਥੇਦਾਰ ਬਣਨ ਦੀ ਯੋਗਤਾ ਰੱਖਦਾ ਸੀ ਤੇ ਅੱਜ ਉਹਨੂੰ ਕੀ ਹੋ ਗਿਆ? ਅੱਜ ਅਸੀਂ ਪੰਥ ਵਿੱਚੋਂ ਕਿਉਂ ਛੇਕ ਦਿੱਤਾ ਹੈ? ਮਤਲਬ ਵੇਖੋ, ਤੁਸੀਂ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਮੈਂ ਕਿਸੇ ਗੋਲਕ ਦਾ ਨਾ ਹਿਮਾਇਤੀ ਹਾਂ, ਨਾ ਉਹਦੇ ਹੱਕ ਵਿੱਚ, ਨਾ ਉਹਦੇ ਮੈਂ ਖਿਲਾਫ ਹਾਂ। ਪੈਸੇ ਦਾ ਕੰਮ ਪੈਸੇ ਨੇ ਕਰਨਾ ਹੈ, ਬੰਦੇ ਦਾ ਕੰਮ ਬੰਦੇ ਨੇ ਕਰਨਾ ਹੈ, ਹਰ ਮਸ਼ੀਨ ਦਾ ਕੰਮ ਮਸ਼ੀਨ ਨੇ ਕਰਨਾ ਹੈ। ਜੋ ਕੁਝ ਜਿਵੇਂ ਸਥਿਤੀ ਚੱਲ ਰਹੀ ਹੈ ਉਸ ਤਰ੍ਹਾਂ ਹੀ ਚੱਲੇਗੀ, ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣਾ ਹੋਏਗਾ। ਸੋ ਜਿਹੜੀਆਂ ਕੁਰੀਤੀਆਂ ਨੇ ਉਹ ਇਸ ਆਸਾ ਦੀ ਵਾਰ ਵਿੱਚ ਲਿਆਂਦੀਆਂ ਗਈਆਂ ਨੇ ਸਾਹਮਣੇ, ਗੁਰੂ ਨਾਨਕ ਸਾਹਿਬ ਨੇ ਲਿਆਂਦੀਆਂ ਨੇ, ਮੈਂ ਨਹੀਂ ਲਿਆਂਦੀਆਂ। ਪਰ ਜੇ ਮੈਂ ਉਹਨਾਂ ਨੂੰ ਐਕਸਪਲੇਨ ਕਰਾਂਗਾ ਤੇ ਕਈਆਂ ਨੂੰ ਬੁਰਾ ਲੱਗਣਾ, ਜੀ ਉਹ ਅੱਗੇ ਜਾ ਕੇ ਹੋਰ ਬੁਰਾ ਲੱਗਣਾ ਹੈ। ਜਦੋਂ ਅਸੀਂ ਜਨੇਊ ਦੀ ਗੱਲ ਕਰਨੀ ਹੈ ਤੇ ਉਹ ਤੇ ਗੁਰੂ ਨਾਨਕ ਸਾਹਿਬ ਨੇ ਆਖੀ, ਹੁਣ ਮੈਂ ਥੋੜੀ ਆਖ ਰਿਹਾ ਕੋਈ। ਪਰ ਜੇ ਹੁਣ ਕਿਸੇ ਨੂੰ ਬੁਰੀ ਲੱਗ ਜਾਏ, ਹੁਣ ਜੇ ਮੈਂ ਉਹਦੇ ਨਾਲ ਐਗਜ਼ਾਮਪਲ ਦਿਆਂਗਾ ਤੁਹਾਨੂੰ ਕਿ ਜੇ ਉਸ ਵਕਤ ਦਾ ਜਨੇਊ ਗੁਰੂ ਨਾਨਕ ਸਾਹਿਬ ਨੂੰ ਪਸੰਦ ਨਹੀਂ ਸੀ ਤੇ ਅੱਜ ਦੇ ਵਕਤ ਦੀ ਗਲ ਵਿੱਚ ਪਾਈ ਹੋਈ ਕਿਰਪਾਨ ਵੀ ਗੁਰੂ ਨਾਨਕ ਸਾਹਿਬ ਨੂੰ ਪਸੰਦ ਨਹੀਂ ਆਏਗੀ। ਮੈਂ ਸਾਫ਼-ਸਾਫ਼ ਕਹਿਣਾ ਚਾਹਾਂਗਾ, ਮੈਂ ਕੋਈ ਵਲ ਵਿੰਗ ਨਹੀਂ ਰੱਖਾਂਗਾ। ਡਜ਼ਨਟ ਮੈਟਰ ਮੈਨੂੰ ਕੰਮ ਮਿਲੇ ਨਾ ਮਿਲੇ, ਮੈਨੂੰ ਸੁਣਨਾ ਚਾਹੋ ਨਾ ਸੁਣਨਾ ਚਾਹੋ। ਸੋ ਸਚਾਈ ਜੋ ਗੁਰਬਾਣੀ ਵਿੱਚ ਬਿਆਨ ਕੀਤੀ ਗਈ ਏ, ਮੇਰੀ ਆਤਮਾ ਹੀ ਨਹੀਂ ਮੰਨਦੀ ਕਿ ਉਸ ਸਚਾਈ ਨੂੰ ਲੁਕਾ ਕੇ ਅੱਗੇ ਲੰਘ ਜਾਇਆ ਜਾਏ। ਉਹਨੂੰ ਜ਼ਾਹਰ ਕਰਨਾ, ਉਹਨੂੰ ਪ੍ਰਗਟ ਕਰਨਾ। ਤੁਸੀਂ ਖੁਦ ਇਤਿਹਾਸ ਪੜ੍ਹੋ, ਖੁਦ ਗੁਰਬਾਣੀ ਪੜ੍ਹੋ, ਤੁਸੀਂ ਆਪ ਆਖੋਗੇ ਕਿ ਇਹ ਗੱਲ ਸੱਚੀ ਹੈ, ਇਹ ਝੂਠ ਨਹੀਂ। ਸੋ ਆਓ ਅਸੀਂ ਸਮਝਦੇ ਹਾਂ ਕਿ ਤੂੰ ਜਾਨੋਈ ਸਭ ਸੈ ਦੇ ਲੈਸੈ ਹੈ ਜਿੰਦ ਕਵਾਓ। ਜਿੰਦ ਆਪਣੇ ਹੁਕਮ ਦੁਆਰਾ ਤੂੰ ਲੈ ਵੀ ਲੈਣਾ ਹੈ ਤੇ ਦੇ ਵੀ ਦੇਣਾ ਹੈ। ਇਹ ਤੇਰਾ ਹੁਕਮ ਹੈ, ਜਿਹਦੇ ਮੁਤਾਬਕ ਇਹ ਪੂਰੀ ਦੁਨੀਆ, ਪੂਰੇ ਬ੍ਰਹਿਮੰਡ ਚੱਲੀ ਜਾ ਰਹੇ ਨੇ। ਸਰੀਰਾਂ ਦਾ ਸਾਨੂੰ ਪ੍ਰਾਪਤ ਹੋਣਾ, ਸਰੀਰਾਂ ਦਾ ਸਾਡੇ ਤੋਂ ਬਿਨਸ ਜਾਣਾ, ਆਤਮਾ ਦਾ ਸਰੀਰ ਵਿੱਚ ਆਉਣਾ, ਆਤਮਾ ਦਾ ਸਰੀਰ ਵਿੱਚੋਂ ਨਿਕਲ ਜਾਣਾ, ਇਹ ਸਭ ਕੁਝ ਉਸ ਵਾਹਿਗੁਰੂ ਜੀ ਦੇ ਹੁਕਮ ਦੁਆਰਾ ਹੋ ਰਿਹਾ ਹੈ। ਤੇ ਉਹ ਆਪਣੇ ਹੁਕਮ ਦੁਆਰਾ ਸਾਡੇ ਅੰਦਰ ਦੀ ਗੱਲ ਨੂੰ ਵੀ ਜਾਣਦਾ ਹੈ ਤੇ ਸਾਨੂੰ ਇਹ ਜਿੰਦ ਤੇ ਸਰੀਰ ਦਿੰਦਾ ਵੀ ਏ ਤੇ ਵਾਪਸ ਵੀ ਲੈ ਲੈਂਦਾ ਹੈ। ਕਰ ਆਸਣ ਡਿੱਠੋ ਚਾਓ, ਇੱਥੇ ਚਾਓ ਦਾ ਅਰਥ ਹੈ ਪਸਾਰਾ। ਹੇ ਵਾਹਿਗੁਰੂ, ਜਿੰਨਾ ਤੂੰ ਇਹ ਪਸਾਰਾ ਪਸਾਰਿਆ ਹੈ, ਇਸ ਪਸਾਰੇ ਦੇ ਵਿੱਚ ਹੀ ਤੂੰ ਬੈਠਾ ਹੋਇਆ ਹੈ। ਕਰ ਆਸਣ, ਆਪਣਾ ਆਸਣ ਲਗਾ ਕੇ ਇਸ ਪੂਰੇ ਪਸਾਰੇ ਵਿੱਚ ਤੂੰ ਬੈਠਾ ਹੋਇਆ ਹੈ ਤੇ ਇਸ ਪਸਾਰੇ ਨੂੰ ਤੂੰ ਬੜੇ ਧਿਆਨ ਨਾਲ ਵੇਖ ਰਿਹਾ ਹੈ। ਇੱਥੇ ਇੱਕ ਗੱਲ ਮੈਂ ਥੋੜੀ ਜਿਹੀ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਜਿਵੇਂ ਆਖਿਆ ਜਾਂਦਾ ਹੈ ਕਿ ਤਿੰਨ ਦੇਵਤੇ ਪੂਰੇ ਬ੍ਰਹਿਮੰਡੀ ਕਾਰ ਨੂੰ ਚਲਾ ਰਹੇ ਨੇ। ਬ੍ਰਹਮਾ ਜੀ ਪੈਦਾ ਕਰਨ ਵਾਲੇ ਨੇ, ਵਿਸ਼ਨੂੰ ਜੀ ਰੋਜ਼ੀ ਦੇਣ ਵਾਲੇ, ਪ੍ਰਤੀਪਾਲਨਾ ਕਰਨ ਵਾਲੇ ਨੇ, ਤੇ ਸ਼ਿਵ ਜੀ ਸੰਘਾਰ ਕਰਨ ਵਾਲੇ ਨੇ। ਪਰ ਗੁਰੂ ਨਾਨਕ ਦੇਵ ਦਾ ਮੱਤ ਹੈ ਕਿ ਪਰਮਾਤਮਾ ਖੁਦ ਹੀ ਕਰਨ ਵਾਲਾ ਹੈ। ਜੇ ਸ਼ਕਤੀਆਂ ਹਨ ਤੇ ਇਹ ਵੀ ਉਸੇ ਦੀਆਂ ਹੀ ਪੈਦਾ ਕੀਤੀਆਂ ਹੋਈਆਂ ਹਨ, ਇਹ ਆਪਣੇ ਆਪ ਤੋਂ ਪੈਦਾ ਨਹੀਂ ਹੋਈਆਂ। ਸੋ ਅਸੀਂ ਜਦੋਂ ਜਪਜੀ ਸਾਹਿਬ ਦੀ ਉਹ ਪੌੜੀ ਪੜਾਂਗੇ, ਉਹਦੇ ਵਿੱਚ ਸਪਸ਼ਟ ਹੋ ਜਾਏਗਾ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਅਗਲੀ ਗੱਲ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਉਹ ਵੇਖੈ ਉਹਨਾਂ ਨਦਰ ਨਾਲ, ਬਹੁਤਾ ਇਹ ਵਿਦਵਾਨ। ਸੋ ਉਸ ਮਾਲਕ ਦਾ ਰੱਬੀ ਹੁਕਮ ਚੱਲ ਰਿਹਾ, ਉਸ ਹੁਕਮ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਤੇ ਸ੍ਰਿਸ਼ਟੀ ਦੇ ਵਿੱਚ ਹੀ ਮਾਲਕ ਬੈਠਾ ਹੋਇਆ ਆਸਣ ਲਗਾ ਕੇ, ਤੇ ਇਸ ਆਪਣੇ ਪੂਰੇ ਪਸਾਰੇ ਨੂੰ ਉਹ ਮਾਲਕ ਬੜੇ ਧਿਆਨ ਨਾਲ ਵੇਖ ਰਿਹਾ ਹੈ। ਤੇ ਉਹਦਾ ਜਿਹੜਾ ਨਿਆਂ ਹੈ ਉਹ ਧਰਮ ਦਾ ਨਿਆਂ ਹੈ। ਅੱਗੇ ਆਸਾ ਦੀ ਵਾਰ ਵਿੱਚ ਆਪਾਂ ਸਮਝਾਂਗੇ। ਇੰਨੇ ਕੁ ਸ਼ਬਦ ਅੱਜ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ।